आप लेहो तुम कथा सुधारी। सतनाम श्री वाहिगुरु साहिब जीओ। तज आसन तिन गुरु बिठाए, बूझे कित अखेर कर आए। विधि चंद तब सर्ब उचारे, आज शिकार दुष्ट बड़ मारे। वाहिगुरु जी का खालसा वाहिगुरु जी की फतेह। गुरु की साजी नवाजी होई गुरु रूप साध संगत जी। ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਵੀਕਐਂਡ ਸੰਧਿਆ ਦੇ ਦੀਵਾਨ ਸਜੇ ਹਨ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਸੋਦਾ ਰਹਿ ਰਾਜ ਸਾਹਿਬ ਜੀ ਦੇ ਪਾਠ, ਆਰਤੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਹੁਣ ਗੁਰ ਇਤਿਹਾਸ ਦੀ ਜੋ ਲੜੀਵਾਰ ਕਥਾ ਹੈ, ਇਸ ਦੇ ਨਾਲ ਜੁੜ ਜਾਈਏ। ਕੱਲ੍ਹ ਦੇ ਦੀਵਾਨਾਂ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਦਾ ਪ੍ਰਸੰਗ ਔਰ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਹੋਰ ਬੜੇ ਮਹਾਨ ਪਵਿੱਤਰ ਇਤਿਹਾਸਕ ਦਿਹਾੜੇ, ਉਹਨਾਂ ਦੇ ਸੰਬੰਧ ਵਿੱਚ ਵਿਚਾਰ ਸੰਗਤਾਂ ਨਾਲ ਸਾਂਝੀ ਕਰਾਂਗੇ। ਆਓ ਹੁਣ ਲੜੀਵਾਰ ਕਥਾ ਜੋ ਕਿ ਚੱਲ ਰਹੀ ਹੈ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਬੁੱਢਾ ਜੀ ਦੇ ਅਕਾਲ ਚਲਾਣੇ 'ਤੇ ਰਮਦਾਸ ਪਿੰਡ ਪਹੁੰਚੇ ਹਨ। ਰਮਦਾਸ ਪਿੰਡ ਬਾਬਾ ਜੀ ਨੇ ਗੁਰੂ ਸਾਹਿਬ ਦੇ ਦੇਖਦਿਆਂ ਹੀ ਇਹ 5 ਭੂਤਕ ਚੋਲਾ ਤਿਆਗਿਆ ਅਤੇ ਸਤਿਗੁਰਾਂ ਨੇ ਨਾਲ ਹੋ ਕੇ ਸੰਸਕਾਰ ਦੀ ਔਰ ਸਹਿਜ ਪਾਠ ਦੀ ਸਮਾਪਤੀ ਤੱਕ ਸਾਰਾ ਸਮਾਗਮ ਆਪਣੀ ਦੇਖ ਰੇਖ ਵਿੱਚ ਕਰਵਾਇਆ। ਬਹੁਤ ਹੀ ਬੈਰਾਗ ਸੀ ਸੰਗਤਾਂ ਦੇ ਮਨ ਵਿੱਚ। ਬਾਬਾ ਬੁੱਢਾ ਜੀ ਦੇ ਭੋਗ ਤੋਂ ਬਾਅਦ ਕੁਝ ਸਮਾਂ ਹੋਰ ਗੁਰੂ ਸਾਹਿਬ ਰਮਦਾਸ ਠਹਿਰੇ, ਸ਼ਿਕਾਰ ਖੇਡਣ ਗਏ ਸਨ। ਇੱਕ ਦੁਖੀ ਨੇ ਆ ਕੇ ਪੁਕਾਰ ਕੀਤੀ ਕਿ ਇੱਥੋਂ ਦੇ ਤੁਰਕ ਸਾਡੇ 'ਤੇ ਹਾਕਮ ਬੜਾ ਜ਼ੁਲਮ ਕਰਦੇ ਹਨ, ਮਹਾਰਾਜ ਇਹਨਾਂ ਨੂੰ ਸੋਧਾ ਲਾਓ। ਸਤਿਗੁਰਾਂ ਨੇ ਉਹਨਾਂ ਨੂੰ ਸੋਧ ਕੇ ਸਿੱਧੇ ਰਾਹ ਪਾਇਆ। ਉੱਥੇ ਜੰਗ ਵੀ ਹੋਇਆ ਅਤੇ ਉਹਦੇ ਵਿੱਚ ਬਹੁਤ ਸਾਰੇ ਤੁਰਕ ਮਾਰੇ ਵੀ ਗਏ ਅਤੇ ਵਾਪਸ ਸ਼ਿਕਾਰ ਖੇਡ ਕੇ ਜਦੋਂ ਆਏ ਨੇ, ਬਾਬਾ ਬੁੱਢਾ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਭਾਈ ਸਾਹਿਬ ਭਾਈ ਭਾਨਾ ਜੀ ਪੁੱਛ ਰਹੇ ਨੇ, ਭਾਈ ਬਿਧੀ ਚੰਦ ਜੀ ਦੱਸ ਰਹੇ ਨੇ। ਆਓ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਜ ਆਸਨ ਤਿਨ ਗੁਰੂ ਬਿਠਾਏ, ਭਾਈ ਭਾਨਾ ਜੀ ਨੇ ਗੁਰੂ ਸਾਹਿਬ ਜੀ ਨੂੰ ਆਸਣ 'ਤੇ ਬਿਠਾਇਆ ਹੈ। ਬੂਝੇ ਕਿਤ ਅਖੇਰ ਕਰ ਆਏ, ਪਰ ਬੜੀ ਨਿਮਰਤਾ ਨਾਲ ਭਾਈ ਭਾਨਾ ਜੀ ਪੁੱਛਦੇ ਨੇ, ਮਹਾਰਾਜ ਅੱਜ ਕਿੱਧਰ ਸ਼ਿਕਾਰ ਖੇਡ ਕੇ ਆਏ ਹੋ? ਵਿਧੀ ਚੰਦ ਤਬ ਸਰਬ ਉਚਾਰੇ, ਭਾਈ ਬਿਧੀ ਚੰਦ ਸਾਹਿਬ ਜੀ ਕੋਲੋਂ ਦੱਸਦੇ ਹਨ, ਆਜ ਸ਼ਿਕਾਰ ਦੁਸ਼ਟ ਬੜ ਮਾਰੇ। ਕਿ ਬਾਬਾ ਜੀ, ਭਾਈ ਭਾਨਾ ਜੀ, ਅੱਜ ਗੁਰੂ ਸਾਹਿਬ ਸ਼ਿਕਾਰ ਖੇਡਣ ਗਏ, ਜੰਗਲੀ ਜਾਨਵਰਾਂ ਦਾ ਸ਼ਿਕਾਰ ਨਹੀਂ, ਅੱਜ ਦੁਸ਼ਟਾਂ ਦਾ ਸ਼ਿਕਾਰ ਕੀਤਾ ਹੈ। ਜਿਹੜੇ ਧਰਮ ਦੇ ਦੋਖੀ ਸਨ, ਅੱਜ ਉਹਨਾਂ ਨੂੰ ਸਿੱਧੇ ਰਾਹ ਪਾਇਆ ਹੈ। ਜਾਰਿਓ ਗ੍ਰਾਮ ਉਜਾੜ ਕਰਿਓ ਹੈ, ਦੁਸ਼ਟਾਂ ਦਾ ਪਿੰਡ ਸਾੜਿਆ ਹੈ, ਉਹਨਾਂ ਨੂੰ ਸਜ਼ਾ ਦਿੱਤੀ ਜਿਹੜੇ ਬਹੁਤ ਜ਼ੁਲਮ ਕਰਦੇ ਸੀ ਗਰੀਬਾਂ ਉੱਤੇ। ਪਾਪ ਬਿਲੋਕਤ ਕੋਪ ਧਰਿਓ ਹੈ, ਉਹਨਾਂ ਦਾ ਪਾਪ ਜ਼ੁਲਮ ਵੇਖ ਕੇ ਗੁਰੂ ਸਾਹਿਬ ਵੀਰ ਰਸ ਵਿੱਚ ਆ ਗਏ ਤੇ ਉਹਨਾਂ ਨੂੰ ਸਜ਼ਾ ਦਿੱਤੀ ਹੈ। ਸੁਨ ਭਾਨੇ ਜੁਤ ਨਰ ਸਮੁਦਾਏ, ਭਾਈ ਭਾਨਾ ਜੀ ਅਤੇ ਰਮਦਾਸ ਦੀਆਂ ਸੰਗਤਾਂ ਨੇ ਜਦੋਂ ਇਹ ਬਚਨ ਸੁਣਿਆ, ਧੰਨ ਧੰਨ ਗੁਰ ਸਭਨ ਅਲਾਏ। ਸਾਰਿਆਂ ਨੇ ਆਖਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ਼ਸਤਰ ਧਰਨ ਕੋ ਕਾਰਨ ਇਹੀ, ਭਾਈ ਭਾਨਾ ਜੀ ਕਹਿੰਦੇ, ਮਹਾਰਾਜ ਆਪ ਜੀ ਨੇ ਜੋ ਸ਼ਸਤਰ ਧਾਰਨ ਕੀਤੇ ਹਨ, ਮੀਰੀ ਪੀਰੀ ਦੀਆਂ ਤੇਗਾਂ, ਇਹਦਾ ਇਹੀ ਕਾਰਨ ਹੈ ਕਿ ਜਿਹੜੇ ਦੁਸ਼ਟ ਪਾਪੀ ਧਰਮ ਦੇ ਦੋਖੀ ਸੰਤਾਂ ਮਹਾਂਪੁਰਸ਼ਾਂ ਨੂੰ, ਗਊ ਗਰੀਬ ਨੂੰ ਮਾਰਦੇ ਨੇ,
ਉਹਨਾਂ ਨੂੰ ਆਪ ਜੀ ਨੇ ਸੋਧਾ ਲਾਣਾ ਹੈ। ਜਿਤ ਕਿਤ ਹਤਨ ਮਲੇਛਨ ਕੇਹੀ, ਮਲੇਸ਼ਾਂ ਨੂੰ ਦੁਸ਼ਟਾਂ ਨੂੰ ਸੋਧਣ ਵਾਸਤੇ ਹੀ ਆਪ ਜੀ ਦਾ ਅਵਤਾਰ ਹੋਇਆ ਹੈ। ਸੋ ਜਸ ਗੁਰੂ ਕੋ ਪਸਰਿਓ ਸਾਰੇ, ਸਾਰੇ ਪਾਸੇ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਪਸਰ ਗਈ, ਸੁਜਸ ਪਸਰ ਗਿਆ। ਸੰਤ ਉਧਾਰਤ ਦੋਖੀ ਮਾਰੇ, ਮਹਾਰਾਜ ਆਪਣੇ ਸੰਤਾਂ ਭਗਤਾਂ ਨਿਮਾਣਿਆਂ ਨਿਤਾਣਿਆਂ ਗੁਰੂ ਦੇ ਪਿਆਰਿਆਂ ਦੀ ਰਾਖੀ ਕਰਦੇ ਨੇ ਤੇ ਦੁਖੀਆਂ ਦੁਸ਼ਟਾਂ ਨੂੰ ਸੋਧਾ ਲਾਉਂਦੇ ਨੇ। ਇਮ ਸਤਿਗੁਰ ਤਹਿ ਦਿਵਸ ਬਿਤਾਈ, ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮਾਂ ਬਤੀਤ ਕੀਤਾ ਹੈ। ਬ੍ਰਿਧ ਪ੍ਰਸੰਗ ਗੁਰ ਨਿਕਟ ਸੁਨਾਏ, ਰੋਜ਼ ਬਾਬਾ ਬੁੱਢਾ ਜੀ ਦੇ ਬਚਨ ਭਾਈ ਭਾਨਾ ਜੀ ਦੇ ਨਾਲ ਕਰਦੇ ਰਹਿੰਦੇ। ਕਦੀ ਬਾਬਾ ਜੀ ਦੀਆਂ ਸਾਖੀਆਂ ਗੁਰੂ ਸਾਹਿਬ ਸੁਣਾ ਦਿੰਦੇ, ਕਦੀ ਭਾਈ ਭਾਨਾ ਜੀ ਗੁਰੂ ਸਾਹਿਬ ਨੂੰ ਸੁਣਾ ਦਿੰਦੇ। ਕਈ ਹੋਰ ਵੀ ਜਿਹੜੇ ਬਾਬਾ ਜੀ ਦੇ ਪ੍ਰੇਮੀ, ਜਿਨ੍ਹਾਂ ਨੂੰ ਬਾਬਾ ਜੀ ਮਿਲੇ, ਜਿਹੜੇ ਬਾਬਾ ਜੀ ਕੋਲ ਰਹੇ, ਜਿਨ੍ਹਾਂ ਨੇ ਬਾਬਾ ਬੁੱਢਾ ਜੀ ਦੀ ਸੰਗਤ ਮਾਣੀ, ਉਹਨਾਂ ਤੋਂ ਵੀ ਮਹਾਰਾਜ ਪੁਰਾਣੇ ਬਚਨ ਸੁਣਦੇ ਰਹਿੰਦੇ। ਸ਼੍ਰੀ ਕਰਤਾਰਪੁਰੇ ਸ਼੍ਰੀ ਨਾਨਕ, ਸ੍ਰੀ ਕਰਤਾਰਪੁਰ ਸਾਹਿਬ ਲਾਗੇ ਹੀ ਹੈ ਰਮਦਾਸ ਤੋਂ। ਅੱਜ ਕੱਲ੍ਹ ਤਾਂ ਹੁਣ ਪਾਕਿਸਤਾਨ ਦਾ ਬਾਰਡਰ ਹੈ, ਅੱਜ ਕੱਲ੍ਹ ਉੱਥੇ ਬਾਰਡਰ ਦੇ ਲਾਂਘੇ ਦੀ ਗੱਲ ਵੀ ਬੜੀ ਚੱਲ ਰਹੀ ਹੈ। ਸਾਧ ਸੰਗਤ ਜੀ ਇਹ ਪਾਕਿਸਤਾਨ ਵਿੱਚ ਚਲਾ ਗਿਆ ਕਰਤਾਰਪੁਰ ਸਾਹਿਬ। 1947 ਤੋਂ ਪਹਿਲਾਂ ਤਾਂ ਇਕੱਠਾ ਹੀ ਸੀ ਨਾ। ਸੋ ਸ੍ਰੀ ਕਰਤਾਰਪੁਰ ਸਾਹਿਬ ਜੋ ਰਾਵੀ ਦੇ ਕੰਢੇ ਤੇ ਗੁਰੂ ਬਾਬਾ ਜੀ ਨੇ ਵਸਾਇਆ ਹੈ। ਜਗੇ ਭਾਗ ਇਹ ਗਏ ਅਚਾਨਕ, ਕਹਿੰਦੇ ਇੱਥੇ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਠਹਿਰੇ ਹੋਏ ਸਨ। ਤੇ ਇਹ ਸਾਡੇ ਪਿਤਾ ਜੀ ਭਾਈ ਭਾਨਾ ਜੀ ਦੱਸਦੇ, ਸਾਡੇ ਪਿਤਾ ਜੀ ਬਾਬਾ ਬੁੱਢਾ ਜੀ ਇਹਨਾਂ ਦੇ ਭਾਗ ਜਾਗ ਪਏ। ਇਹ ਅਚਾਨਕ ਹੀ ਉੱਥੇ ਚਲੇ ਗਏ ਕਰਤਾਰਪੁਰ ਸਾਹਿਬ। ਪਹੇ ਨਿਹਾਲ ਬੜੋ ਪਦ ਪਾਏ, ਤੇ ਗੁਰੂ ਨਾਨਕ ਦੇਵ ਜੀ ਦੀ ਇਹਨਾਂ ਨੇ ਉੱਥੇ ਸੰਗਤ ਕੀਤੀ। ਇਹ ਕੀਰਤਨ ਸੁਣਿਆ ਕਰਦੇ ਸਨ ਤੇ ਬਹੁਤ ਹੀ ਇਹਨਾਂ ਨੂੰ ਆਨੰਦ ਆਉਂਦਾ ਸੀ। ਸੰਗ ਉਧਾਰੇ ਸਿੱਖ ਸਮੁਦਾਏ, ਇਹ ਆਪ ਤੇ ਬ੍ਰਹਮ ਗਿਆਨੀ ਬਣ ਗਏ। ਗੁਰੂ ਨਾਨਕ ਸਾਹਿਬ ਨੇ ਮਿਹਰਾਂ ਕਰਤੀਆਂ ਬਾਬਾ ਬੁੱਢਾ ਜੀ ਤੇ ਬਾਬਾ ਬੁੱਢਾ ਜੀ ਦੀ ਮਿਹਰਾਂ ਨਾਲ ਲੱਖਾਂ ਸਿੱਖ ਹੋਰ ਤਰ ਗਏ। ਸੁਨ ਗੁਰ ਕਹਿਓ ਤਹਾਂ ਹਮ ਜਾਏ, ਮਹਾਰਾਜ ਜਦੋਂ ਇਹ ਗੱਲ ਸੁਣੀ ਨਾ ਵੀ ਕਰਤਾਰਪੁਰ ਗੁਰੂ ਨਾਨਕ ਸਾਹਿਬ ਜੀ ਦੀ ਧਰਤੀ, ਉੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਕੋਲ ਸਾਡੇ ਪਿਤਾ ਜੀ ਬਾਬਾ ਬੁੱਢਾ ਜੀ ਗਏ ਸੀ। ਤੇ ਮਹਾਰਾਜ ਕਹਿੰਦੇ ਭਾਈ ਭਾਨਾ ਜੀ ਸਾਡਾ ਵੀ ਜੀ ਕਰਦਾ ਵੀ ਉਸ ਧਰਤੀ ਦੇ ਦਰਸ਼ਨ ਕਰਕੇ ਆਈਏ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਮੇਰਾ ਸਤਿਗੁਰੂ ਬੈਠਾ ਹੋਵੇ, ਜਿੱਥੇ ਗੁਰੂ ਦੀਆਂ ਸੰਗਤਾਂ ਨੇ ਕੀਰਤਨ ਸੁਣਿਆ ਹੋਵੇ ਗੁਰੂ ਕੋਲੋਂ, ਉੱਥੇ ਜਾਣਾ ਚਾਹੀਦਾ ਹੈ। ਹਾਂਜੀ, ਸ਼੍ਰੀ ਕਰਤਾਰਪੁਰਾ ਦਰਸਾਈ, ਸਾਧ ਸੰਗਤ ਜੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਤਿਆਰ ਹੋਏ ਨੇ। ਇਮ ਕਹਿ ਸ਼੍ਰੀ ਗੁਰ ਕੀਨ ਪਿਆਨਾ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਚਲੀਏ ਕਰਤਾਰਪੁਰ ਸਾਹਿਬ ਜਾ ਕੇ ਆਈਏ। ਰਮਦਾਸ ਤੋਂ ਬਹੁਤੀ ਦੂਰ ਨਹੀਂ ਹੈ, ਮੇਰਾ ਖਿਆਲ ਹੈ 15 ਜਾਂ 20 ਮੀਲ ਦਾ ਫਰਕ ਹੈ ਬਸ। ਇੰਨਾ ਹੀ ਹੈ, ਕੋਈ 2-4 ਵੱਧ ਹੋਵੇ ਘੱਟ ਹੋਵੇ, 15 ਤੋਂ 20 ਦੇ ਵਿਚਕਾਰ ਹੀ ਹੈ। ਸੋ ਗੁਰੂ ਸਾਹਿਬ ਜੀ ਉੱਥੋਂ ਘੋੜੇ 'ਤੇ ਸਵਾਰ ਹੋਏ ਨੇ, ਆਪਣੇ ਨਾਲ ਆਪਣੀ ਫੌਜ ਨੂੰ ਭਾਈ ਬਿਧੀ ਚੰਦ ਵਰਗੇ ਯੋਧਿਆਂ ਨੂੰ ਲਿਆ ਹੈ। ਆਪਣੇ ਸੰਗ ਲੀਨ ਤਬ ਭਾਨਾ, ਭਾਈ ਭਾਨਾ ਜੀ ਨੂੰ ਵੀ ਨਾਲ ਲੈ ਲਿਆ। ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ ਨੂੰ ਵੀ ਕਿਹਾ ਵੀ ਤੁਸੀਂ ਵੀ ਨਾਲ ਚੱਲੋ। ਬਿਧੀ ਚੰਦ ਆਦਿਕ ਭਟ ਜੇਈ, ਭਾਈ ਬਿਧੀ ਚੰਦ ਵਰਗੇ ਯੋਧੇ ਵੀ ਨਾਲ ਲੈ ਲਏ। ਨਾਥ ਸਾਤ ਪ੍ਰਸਥਾਨੇ ਤੇਈ, ਸਾਰੀਆਂ ਸੰਗਤਾਂ ਗੁਰੂ ਦੀਆਂ ਫੌਜਾਂ, ਭਾਈ ਭਾਨਾ ਜੀ ਵਰਗੇ ਬ੍ਰਹਮ ਗਿਆਨੀ, ਸਾਰੇ ਹੀ ਭਾਈ ਗੁਰਦਾਸ ਜੀ ਵੀ ਨਾਲ ਇਹ ਕਰਤਾਰਪੁਰ ਸਾਹਿਬ ਨੂੰ ਚੱਲ ਪਏ ਨੇ। ਐਰਾਵਤੀ ਉਲੰਘਤ ਗਏ, ਰਾਵੀ ਦਰਿਆ ਟੱਪ ਕੇ ਪਰਲੇ ਪਾਸੇ ਚਲੇ ਗਏ ਨੇ ਬਾਹਰ ਦੇਸ਼ ਵਿੱਚ। ਸ਼੍ਰੀ ਕਰਤਾਰਪੁਰਾ ਦਰਸਾਈ, ਜਾ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਨੇ। ਜਹ ਸ਼੍ਰੀ ਨਾਨਕ ਕੋ ਅਸਥਾਨ, ਜਿੱਥੇ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਸ੍ਰੀ ਕਰਤਾਰਪੁਰ ਸਾਹਿਬ ਹੈ ਤੇ ਉਤਰਨ ਮੋਤ ਠਾਨ। ਘੋੜੇ ਤੋਂ ਉਤਰ ਕੇ ਮਹਾਰਾਜ ਨੇ ਉੱਥੇ ਮੱਥਾ ਟੇਕਿਆ, ਨਮਸਕਾਰ ਕੀਤੀ ਸ੍ਰੀ ਕਰਤਾਰਪੁਰ ਸਾਹਿਬ।
ਕਰੀ ਪ੍ਰਕਰਮਾ ਫਿਰ ਕਰ ਚਾਰ। ਔਰ ਸ੍ਰੀ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੀਆਂ 4 ਪਰਿਕਰਮਾ ਕੀਤੀਆਂ ਹਨ। ਪੰਚਾਮ੍ਰਿਤ ਕਰਵਾਏ ਤਿਆਰ। ਤੇ ਉੱਥੇ ਬੈਠ ਗਏ ਨੇ ਤੇ ਲਾਂਗਰੀ ਨੂੰ ਕਿਹਾ ਵੀ ਕੜਾਹ ਪ੍ਰਸ਼ਾਦ ਤਿਆਰ ਕਰੋ। ਤੇ ਕੜਾਹ ਪ੍ਰਸ਼ਾਦ ਦੀ ਮਾਇਆ ਗੁਰੂ ਸਾਹਿਬ ਨੇ ਆਪਣੇ ਖਜ਼ਾਨੇ 'ਚੋਂ ਦਿੱਤੀ ਹੈ। ਕੜਾਹ ਪ੍ਰਸ਼ਾਦ ਜਿੱਥੇ ਵੀ ਜਾਈਏ ਨਾ ਗੁਰਦੁਆਰਿਆਂ ਵਿੱਚ ਦੇਣਾ, ਇਹ ਸਿੱਖ ਦਾ ਧਰਮ ਹੈ। ਅੱਜ ਕੱਲ੍ਹ ਗੁਰਦੁਆਰਿਆਂ ਵਿੱਚ ਬਣਿਆ ਬਣਾਇਆ ਮਿਲ ਜਾਂਦਾ। ਪੁਰਾਤਨ ਸਮੇਂ ਵਿੱਚ ਰਸਤ ਦੇਣੀ ਪੈਂਦੀ ਸੀ, ਬਣਾ ਕੇ ਤੇ ਫਿਰ ਵਰਤਾਇਆ ਜਾਂਦਾ ਸੀ। ਮਹਾਰਾਜ ਨੇ ਖੁੱਲ੍ਹੀ ਰਸਤ ਦਿੱਤੀ ਵੀ ਕੜਾਹ ਪ੍ਰਸ਼ਾਦ ਬਣਾਓ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਭੇਟਾ ਕਰੋ। ਸ਼੍ਰੀ ਨਾਨਕ ਸਿਮਰੇ ਅਰਦਾਸ। ਕੜਾਹ ਪ੍ਰਸ਼ਾਦ ਬਣ ਗਿਆ ਤੇ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਅਰਦਾਸਾ ਸੋਧਿਆ। ਕਰਿਓ ਵਰਤਾਵਨ ਸਭ ਕੇ ਪਾਸ। ਅਰਦਾਸ ਕਰਕੇ ਦੇਗ ਵਰਤਾ ਦਿੱਤੀ, ਖੁੱਲ੍ਹੀ ਦੇਗ। ਅੱਜ ਕੱਲ੍ਹ ਤਾਂ ਮੇਰੇ ਵਰਗੇ ਐਵੇਂ ਸਵਾਇਆ ਗੱਫਾ ਛਕਦੇ ਨਾ। ਪਹਿਲਾਂ ਖੁੱਲ੍ਹੇ ਗੱਫੇ, ਦੋਹਰੇ ਗੱਫੇ ਵੀ ਛਕਦੇ ਹੁੰਦੇ ਸੀ। ਖੁੱਲ੍ਹੀਆਂ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਵਰਤਾਈਆਂ ਹਨ। ਸ਼੍ਰੀ ਅੰਗਦ ਕੋ ਗਾਦੀ ਦੀਨ। ਫਿਰ ਉਹ ਜਗ੍ਹਾ ਵੇਖੀ ਹੈ ਜਿੱਥੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਤੇ ਬਿਠਾਇਆ ਸੀ, ਗੁਰਤਾ ਗੱਦੀ ਦਿੱਤੀ ਸੀ। ਤਿਸ ਥਲ ਜਾਏ ਦਰਸ ਕੋ ਕੀਨ। ਉਹ ਜਗ੍ਹਾ ਦੇ ਦਰਸ਼ਨ ਕੀਤੇ ਜਿੱਥੇ ਪਹਿਲੀ ਪਾਤਸ਼ਾਹੀ ਨੇ ਦੂਸਰੇ ਪਾਤਸ਼ਾਹ ਨੂੰ ਤਿਲਕ ਦਿੱਤਾ ਸੀ ਗੁਰਿਆਈ ਦਾ। ਬਾਰ ਬਾਰ ਕਰ ਬੰਧਨ ਥਿਰੇ। ਬਾਰ ਉਹਨੂੰ ਮੱਥਾ ਟੇਕਿਆ ਉਹ ਧਰਤੀ ਨੂੰ। ਧੰਨ ਗੁਰੂ ਨਾਨਕ ਦੇਵ ਜੀ ਤੇ ਧੰਨ ਗੁਰੂ ਅੰਗਦ ਦੇਵ ਜੀ, ਉਹਨਾਂ ਨੂੰ ਯਾਦ ਕੀਤਾ। ਗੁਰੂ ਹਰਗੋਬਿੰਦ ਸਾਹਿਬ ਪ੍ਰੇਮ ਦੇ ਚ ਭਿੱਜ ਗਏ ਹਨ। ਤਿਹ ਕੇ ਨਰਪਨ ਬੂਜਨ ਕਰੇ। ਤੇ ਸਾਧ ਸੰਗਤ ਜੀ ਫਿਰ ਉੱਥੇ ਕਰਤਾਰਪੁਰ ਦੀਆਂ ਸੰਗਤਾਂ ਨੂੰ, ਕਰਤਾਰਪੁਰ ਦੇ ਸਿੱਖਾਂ ਨੂੰ ਮਹਾਰਾਜ ਪੁੱਛਦੇ ਹਨ, ਨਹੀਂ ਦੇਹੁਰਾ ਅਬ ਇਸ ਥਾਨ। ਮਹਾਰਾਜ ਕਹਿੰਦੇ ਭਾਈ ਇੱਥੇ ਗੁਰੂ ਨਾਨਕ ਦੇਵ ਜੀ ਦਾ ਦਿਓਰਾ ਕੋਈ ਨਹੀਂ। ਕਹਿੰਦੇ ਦਿਓਰਾ ਬਣਾਇਆ ਸੀ ਬਾਬਾ ਸ੍ਰੀ ਚੰਦ ਜੀ ਨੇ। ਉਹ ਕਿੱਥੇ ਚਲਾ ਗਿਆ ਹੈ ਜਿੱਥੇ ਮਹਾਰਾਜ ਦਾ ਸੰਸਕਾਰ ਹੋਣ ਦੀ ਮਰਜ਼ਾਦਾ ਹੋਈ ਸੀ। ਸਕਲ ਭੇਵ ਤਬ ਕੀਨ ਬਖਾਨ। ਕਰਤਾਰਪੁਰ ਦੇ ਸਿੱਖਾਂ ਨੇ ਹੱਥ ਜੋੜ ਕੇ ਦੱਸਿਆ, ਰਾਵੀ ਇਹਾਂ ਬੇਗ ਕਰ ਆਈ। ਇਹ ਸੱਚੇ ਪਾਤਸ਼ਾਹ ਦਿਓਰਾ ਇੱਥੇ ਹੀ ਹੁੰਦਾ ਸੀ ਗੁਰੂ ਨਾਨਕ ਦੇਵ ਜੀ ਦਾ, ਪਰ ਰਾਵੀ ਦਰਿਆ ਬੜਾ ਚੜ੍ਹ ਗਿਆ, ਪਾਣੀ ਆ ਗਿਆ ਦਰਿਆ ਦੇ ਵਿੱਚ ਜ਼ੋਰ ਪਾ ਕੇ। ਇਹ ਜਿਹੜਾ ਗੁਰੂ ਜੀ ਦਾ, ਕਿਉਂਕਿ ਗੁਰੂ ਨਾਨਕ ਦੇਵ ਜੀ ਨਹੀਂ ਸੀ ਚਾਹੁੰਦੇ ਸਾਡਾ ਕੋਈ ਦਿਓਰਾ ਬਣਾਵੇ। ਮਹਾਰਾਜ ਨੇ ਆਖਿਆ ਮੇਰੀ ਕੋਈ ਸਮਾਧ ਨਹੀਂ ਬਣਾਉਣੀ, ਮੇਰੀ ਕੋਈ ਯਾਦਗਾਰ ਨਹੀਂ ਬਣਾਉਣੀ। ਪਰ ਮਹਾਰਾਜ ਦੇ ਵੱਡੇ ਪੁੱਤਰ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਮਨ 'ਚ ਆਇਆ ਵੀ ਐਡੇ ਵੱਡੇ ਪਰਮੇਸ਼ਰ ਦਾ ਸਰੂਪ ਮੇਰੇ ਪਿਤਾ ਜੀ, ਤੇ ਉਹਨਾਂ ਦੀ ਕੋਈ ਯਾਦਗਾਰ ਤਾਂ ਬਣਾਉਣੀ ਚਾਹੀਦੀ ਹੈ। ਤੇ ਬਾਬਾ ਸ੍ਰੀ ਚੰਦ ਜੀ ਨੇ ਬਣਾਤਾ ਸੀ ਦੇਰਾ। ਤੇ ਬਾਬਾ ਜੀ ਦਾ ਬਣਾਇਆ ਦੇਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੁਝ ਸਾਲਾਂ ਬਾਅਦ ਫਿਰ ਰਾਵੀ 'ਚ ਹੀ ਭੇਟਾ ਕਰਤਾ, ਰਾਵੀ 'ਚ ਹੀ ਚਲਾ ਗਿਆ। ਸੋ ਕਰਤਾਰਪੁਰ ਦੇ ਸਿੱਖ ਦੱਸਦੇ ਆ ਜੀ ਦੇਰਾ ਤਾਂ ਹੁੰਦਾ ਸੀ, ਪਰ ਇੱਥੇ ਰਾਵੀ ਚੜ੍ਹ ਕੇ ਆਈ ਤੇ ਉਹ ਲੈ ਗਈ ਰੋੜ ਕੇ। ਹਾਂਜੀ, ਸੋ ਅਵਨੀ ਜਲ ਬਿਖੈ ਵਹਾਈ। ਉਹ ਮਹਾਰਾਜ ਦੀ ਜੇ ਗੁਰੂ ਨਾਨਕ ਸਾਹਿਬ ਜੀ ਦੇ ਜੋ ਦਿਓਰੇ ਵਾਲੀ ਜਗ੍ਹਾ ਸੀ, ਉਹ ਸਾਰੀ ਜ਼ਮੀਨ ਹੀ ਥੱਲਿਓਂ ਰੁੜ ਗਈ, ਦਰਿਆ ਵਿੱਚ ਹੀ ਅਲੋਪ ਹੋ ਗਿਆ ਸਤਿਗੁਰਾਂ ਦਾ ਨਿਸ਼ਾਨ। ਪਾਰ ਸਥਾਨ ਜਾਏ ਅਬ ਕਰਿਓ। ਫਿਰ ਬਾਬਾ ਸ੍ਰੀ ਚੰਦ ਜੀ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਵੱਡੇ ਪਿਤਾ ਜੀ ਦਾ ਸਥਾਨ ਅਲੋਪ ਹੋ ਗਿਆ, ਇੱਥੇ ਰਾਵੀ ਦੀ ਮਾਰ ਬਹੁਤ ਹੈ, ਰਾਵੀ ਦਾ ਪਾਣੀ ਫਿਰ ਆਵੇਗਾ, ਬਾਬਾ ਜੀ ਉਹੀ ਅੰਗੀਠਾ ਲਿਆ ਕੇ ਉਰਲੇ ਪਾਸੇ, ਜਿਹੜਾ ਉਰਲਾ ਪਾਸਾ ਹੈ ਨਾ ਰਾਵੀ ਦਾ, ਅੱਜ ਕੱਲ੍ਹ ਉੱਥੇ ਡੇਰਾ ਬਾਬਾ ਨਾਨਕ ਕਹਿੰਦੇ, ਉਹ ਨਗਰ ਵਸਦਾ, ਉੱਥੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਹੁੰਦੇ ਆ ਬੰਦ ਨੇ ਉੱਤੋਂ। 2 ਵਾਰੀ ਦਾਸ ਨੂੰ ਵੀ ਹੋਏ ਨੇ, ਉੱਥੋਂ ਦੂਰਬੀਨ ਲਾ ਕੇ ਦਿਖਾ ਦਿੰਦੇ ਨੇ ਫੌਜ ਵਾਲੇ, ਤੇ ਸਾਫ਼ ਮੌਸਮ ਹੋਵੇ ਤੇ ਉੱਦਾਂ ਵੀ ਦਰਸ਼ਨ ਹੋ ਜਾਂਦੇ। 4 ਮੀਲ ਹੈ ਉੱਥੋਂ ਸਾਰਾ। ਉਰਲੇ ਪਾਸੇ ਡੇਰਾ ਬਾਬਾ ਨਾਨਕ, ਉੱਥੇ ਲਿਆ ਕੇ ਅਜਿੱਤੇ ਰੰਧਾਵੇ ਦੇ ਖੂਹ ਦੇ ਉੱਤੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ, ਸਾਧ ਸੰਗਤ ਜੀ, ਇਹ ਅੰਗੀਠਾ ਮਹਾਰਾਜ ਦਾ ਫਿਰ ਰੱਖ ਦਿੱਤਾ ਤੇ ਫਿਰ ਉੱਥੇ ਸਤਿਗੁਰਾਂ ਦਾ ਡੇਰਾ ਬਣਾ ਦਿੱਤਾ, ਜਿਹਨੂੰ ਕਹਿੰਦੇ ਨੇ ਡੇਰਾ ਬਾਬਾ ਨਾਨਕ। ਹਾਂਜੀ, ਗੁਰੂ ਕੋ ਬੰਸ ਤਹਾਂ ਹੀ ਥਿਰਿਓ। ਤੇ ਗੁਰੂ ਜੀ ਦੀ ਬੰਸ ਵੀ ਉੱਥੇ ਰਹਿੰਦੀ ਹੈ ਹੁਣ ਤੱਕ। ਬੇਦੀ ਸਾਹਿਬਜ਼ਾਦੇ ਡੇਰਾ ਬਾਬਾ ਨਾਨਕ ਰਹਿੰਦੇ ਆ। ਧੰਨ ਧੰਨ ਗੁਰੂ ਨਾਨਕ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਜੀ ਦੇ ਪੁੱਤਰ ਬਾਬਾ ਧਰਮ ਚੰਦ ਜੀ, ਬਾਬਾ ਧਰਮ ਚੰਦ ਜੀ ਦੇ ਪੁੱਤਰ ਬਾਬਾ ਮੇਹਰ ਚੰਦ ਜੀ ਤੇ ਬਾਬਾ ਮਾਣਕ ਚੰਦ ਜੀ,
ਇੱਥੋਂ ਫਿਰ ਦੋ ਸਾਖਾਂ ਚੱਲੀਆਂ, ਇੱਕ ਨੂੰ ਮਿਹਰ ਚੰਦੀਏ ਕਹਿੰਦੇ ਆ, ਇੱਕ ਨੂੰ ਮਾਣਕ ਚੰਦੀਏ ਕਹਿੰਦੇ। ਬੇਦੀਆਂ ਦੀ ਦੋ ਸ਼ਾਖਾ ਚੱਲੀਆਂ ਅੱਗੇ। ਸੋ ਇਹ ਸਤਿਗੁਰਾਂ ਦੇ ਸਾਹਿਬਜ਼ਾਦੇ ਜਿਹੜੇ ਸਨ ਉਸ ਨਗਰ 'ਚ ਡੇਰਾ ਬਾਬਾ ਨਾਨਕ 'ਚ ਰਹਿੰਦੇ, ਕਰਤਾਰਪੁਰ 'ਚ ਨਹੀਂ ਰਹਿੰਦੇ। ਹਾਂਜੀ। ਕਰ ਦਰਸ਼ਨ ਸੁਨ ਕੈ ਸਭ ਗਾਥਾ। ਕਰਤਾਰਪੁਰ ਸਾਰੇ ਦਰਬਾਰ ਦੇ, ਕਰਤਾਰਪੁਰ ਨਗਰ ਦੇ 6ਵੇਂ ਪਾਤਸ਼ਾਹ ਨੇ ਦਰਸ਼ਨ ਕੀਤੇ। ਜਿਹੜੇ ਉੱਥੇ ਸੇਵਾਦਾਰ ਸੀ ਉਹਨਾਂ ਨੂੰ ਮਾਇਆ ਵੀ ਅਰਦਾਸ ਕਰਾਈ, ਕੜਾਹ ਪ੍ਰਸ਼ਾਦ ਵੀ ਭੇਟਾ ਕੀਤਾ, ਸਾਰਾ ਇਤਿਹਾਸ ਸੁਣਿਆ। ਚੜੇ ਪ੍ਰਭੂ ਸੈਨਾਗਨ ਸਾਥਾ। ਤੇ ਫਿਰ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਫੌਜਾਂ ਸਮੇਤ ਦਰਿਆ ਤੋਂ ਉਰਲੇ ਪਾਸੇ ਆ ਗਏ। ਰਾਵੀ ਲਾਂਘਤ ਤਤ ਛਿਨ ਗਏ। ਰਾਵੀ ਲੰਘ ਕੇ ਫਿਰ ਇੱਧਰ ਆ ਗਏ ਜਿੱਧਰ ਡੇਰਾ ਬਾਬਾ ਨਾਨਕ ਸਾਹਿਬ ਦਾ ਸਥਾਨ ਹੈ। ਪਹੁੰਚ ਦੇਹੁਰਾ ਦਰਸ਼ਨ ਕੀਏ। ਜਾ ਕੇ ਡੇਰੇ ਸਾਹਿਬ ਦੇ ਦਰਸ਼ਨ ਕੀਤੇ। ਸਾਧ ਸੰਗਤ ਜੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਬੜੀਆਂ ਰੀਝਾਂ ਨਾਲ ਬਣਾਇਆ ਸੀ ਡੇਰਾ। ਦਾਸ ਨੇ ਉਸ ਗੁੰਬਜ ਦੇ ਦਰਸ਼ਨ ਪਹਿਲਾਂ ਵੀ ਕੀਤੇ, ਮਹਾਨ ਕੋਸ਼ ਵਿੱਚ ਵੀ ਉਹਦੀ ਫੋਟੋ ਹੈ। ਮੇਰਾ ਖਿਆਲ ਹੈ ਵੀ ਮਣਾ ਮੂੰਹ ਸੋਨਾ ਲੱਗਾ ਉਹਨੂੰ, ਪਰ ਹੁਣ ਪਤਾ ਲੱਗਾ ਵੀ ਫਿਰ ਕਾਰ ਸੇਵਾ ਦਾ ਥੋੜਾ ਉੱਥੇ ਵੀ ਚੱਲ ਗਿਆ। ਪਤਾ ਨਹੀਂ ਕਿੰਨਾ ਕੁ ਇਤਿਹਾਸ ਹੈ ਸਾਡਾ ਜਿਹੜਾ ਅਸੀਂ ਆਪ ਹੀ ਖਤਮ ਕਰ ਰਹੇ ਹਾਂ। ਉਹ ਜਿਹੜਾ ਸਥਾਨ ਹੈ ਗੁਰੂ ਬਾਬਾ ਜੀ ਦਾ, ਗੁਰੂ ਨਾਨਕ ਦੇਵ ਜੀ ਦਾ, ਬਹੁਤ ਸੁੰਦਰ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਬਣਾਇਆ, ਪਰ ਪਹਿਲਾਂ ਬਾਬਾ ਸ੍ਰੀ ਚੰਦ ਜੀ ਨੇ ਬਣਾਇਆ। ਉੱਥੇ ਇੱਕ ਡੇਰਾ ਸਾਹਿਬ, ਡੇਰਾ ਬਾਬਾ ਨਾਨਕ ਵਿਖੇ ਗੁਰੂ 6ਵੇਂ ਪਾਤਸ਼ਾਹ ਜੀ ਆ ਗਏ ਹਨ। ਹੈ ਤੇ ਉਤਰ ਗਏ ਪ੍ਰਭ ਨੇਰੇ। ਮਹਾਰਾਜ ਘੋੜੇ ਤੋਂ ਦੂਰ ਹੀ ਉਤਰੇ ਤੇ ਫਿਰ ਡੇਰਾ ਸਾਹਿਬ ਦੇ ਨੇੜੇ ਗਏ ਮੱਥਾ ਟੇਕਣ ਲਈ। ਕਰਿਓ ਪ੍ਰਣਾਮ ਦਰਸ਼ਕੋ ਹੇਰੇ। ਜਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਡੇਰੇ ਦੇ ਦਰਸ਼ਨ ਕੀਤੇ, ਮੱਥਾ ਟੇਕਿਆ, ਨਮਸਕਾਰ ਕੀਤੀ, ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਬਹੁਰ ਪਰਕਰਮਾ ਫਿਰ ਕਰ ਦੀਨ। ਫਿਰ 4 ਪਰਿਕਰਮਾ ਕੀਤੀਆਂ। ਬੈਠ ਗਏ ਪੁਨ ਅਗਰ ਪ੍ਰਵੀਨ। ਫਿਰ ਉਸ ਡੇਰੇ ਦੇ ਸਾਹਮਣੇ ਹੱਥ ਜੋੜ ਕੇ ਮਹਾਰਾਜ ਬੈਠ ਗਏ। ਉਦੋਂ ਸਾਧ ਸੰਗਤ ਜੀ ਐਡੀਆਂ ਬਿਲਡਿੰਗਾਂ ਤੇ ਨਹੀਂ ਹੁੰਦੀਆਂ ਸੀ, ਥੜੇ ਬਣੇ ਹੁੰਦੇ ਸੀਗੇ। ਸਿੱਖੀ ਉਦੋਂ ਅਮੀਰ ਸੀ, ਸਿੱਖ ਗਰੀਬ ਸੀ। ਅੱਜ ਸਿੱਖ ਅਮੀਰ ਨੇ, ਬੜੀ ਮਾਇਆ, ਪਰ ਸ਼ਰਧਾ ਕੋਈ ਨਹੀਂ, ਪ੍ਰੇਮ ਕੋਈ ਨਹੀਂ, ਅੰਦਰ ਖਾਲੀ ਹਨ ਸਾਡੇ ਖਾਲਸਾ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੜੀ ਭਾਵਨਾ ਨਾਲ ਆਪਣੇ ਗੁਰਦੇਵ ਪਹਿਲੀ ਪਾਤਸ਼ਾਹੀ ਦੇ ਡੇਰੇ ਦੇ ਸਾਹਮਣੇ ਬੈਠ ਗਏ। ਧਰਮ ਚੰਦ ਸ਼੍ਰੀ ਨਾਨਕ ਪੋਤਾ। ਗੁਰੂ ਗੁਰੂ ਹਰਗੋਬਿੰਦ ਸਾਹਿਬ ਫੌਜਾਂ ਸਮੇਤ ਆਏ, ਘੋੜੇ ਹਿਣਕਦੇ ਆ ਤੇ ਦੂਰ ਦੂਰ ਤੱਕ ਆਵਾਜ਼ ਗਈ। ਕਿਸੇ ਨੇ ਜਾ ਕੇ ਬਾਬਾ ਧਰਮਚੰਦ ਜੀ ਨੂੰ ਦੱਸਿਆ। ਬਾਬਾ ਧਰਮਚੰਦ ਜੀ ਸਤਿਗੁਰੂ ਨਾਨਕ ਦੇਵ ਜੀ ਦੇ ਇੱਕੋ ਇੱਕ ਪੋਤਰੇ ਹੋਏ ਨੇ। ਮਹਾਰਾਜ ਦੇ ਪੁੱਤਰ ਬਾਬਾ ਲਖਮੀ ਦਾਸ ਜੀ ਹੋਏ ਨੇ, ਲਖਮੀ ਦਾਸ ਜੀ ਦੇ ਪੁੱਤਰ ਬਾਬਾ ਧਰਮਚੰਦ ਜੀ। ਹੁਣ ਬਾਬਾ ਧਰਮਚੰਦ ਜੀ ਦੀ ਉਮਰ ਬਹੁਤ ਹੋ ਚੁੱਕੀ ਸੀ, ਬਿਰਧ ਹੋ ਚੁੱਕੇ ਸਨ। ਹਾਂਜੀ। ਜਿਸ ਤੇ ਬੇਦਨ ਬੰਸ ਉਦੋਤਾ। ਇਹਨਾਂ ਤੋਂ ਬੇਦੀਆਂ ਦੀ ਬੰਸ ਅੱਗੇ ਚੱਲੀ ਹੈ। ਜਦੋਂ ਮਹਾਰਾਜ ਤੇ ਦੋਵੇਂ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਇੱਥੇ ਰਹੇ। ਬਾਬਾ ਲਖਮੀ ਦਾਸ ਜੀ ਗ੍ਰਸਤੀ ਸਨ, ਬਾਬਾ ਸ੍ਰੀ ਚੰਦ ਜੀ ਉਦਾਸੀਨ, ਗ੍ਰਸਤੀ ਨਹੀਂ ਸਨ, ਵਿਅੰਗਮ ਸਨ। ਤੇ ਬਾਬਾ ਲਖਮੀ ਦਾਸ ਜੀ ਸ਼ਿਕਾਰ ਖੇਡਿਆ ਕਰਦੇ ਸਨ, ਰਾਜਿਆਂ ਵਾਲੀ ਬਿਰਤੀ। ਸ਼ਿਕਾਰ ਖੇਡ ਕੇ ਆਏ, ਬਹੁਤ ਸਾਰੇ ਜੀਵ ਮਾਰੇ ਹੋਏ। ਤੇ ਆ ਕੇ ਜਦੋਂ ਘਰ 'ਚ ਸ਼ਿਕਾਰ ਰੱਖਿਆ ਤੇ ਬਾਬਾ ਸ੍ਰੀ ਚੰਦ ਜੀ ਕਹਿੰਦੇ, ਭਰਾ ਜੀ ਇੰਨੇ ਜੀਵਾਂ ਨੂੰ ਮਾਰ ਦਿਓ, ਲੇਖਾ ਕੌਣ ਦੇਵੇਗਾ? ਉਹ ਕਹਿੰਦੇ, ਮਹਾਰਾਜ ਅੱਜ ਹੀ ਲੇਖਾ ਨਿਬੇੜ ਦਿੰਦੇ ਆ। ਵੱਡਿਆਂ ਦੀਆਂ ਵੱਡੀਆਂ ਵਡਿਆਈਆਂ ਹੁੰਦੀਆਂ ਸਾਧ ਸੰਗਤ ਜੀ। ਆਪਣੀ ਪਤਨੀ ਨੂੰ ਕਹਿਣ ਲੱਗੇ, ਭਾਗਵਾਨ ਨੇ ਚੱਲੀਏ ਸੱਚਖੰਡ, ਲੇਖਾ ਨਿਬੇੜ ਦਈਏ ਚੱਲ ਕੇ। ਆਪਣੀ ਘੋੜੀ ਤੇ ਸਣੇ ਦੇ ਪੁੱਤਰ ਨੂੰ ਲਿਆ ਨਾਲ, ਗੋਦੀ 'ਚ ਪਤਨੀ ਸਮੇਤ ਉਡਾਰੀ ਮਾਰ ਦਿੱਤੀ। ਭਾਈ ਗੋਦੜੀਆ ਜੀ ਬਾਬਾ ਸ੍ਰੀ ਚੰਦ ਜੀ ਦੇ ਸੇਵਾਦਾਰ, ਕਮਾਲੀਆ ਵੀ ਕਹਿੰਦੇ ਨੇ, ਗੋਦੜੀਆ ਵੀ ਕਹਿੰਦੇ ਨੇ, ਕਹਿਣ ਲੱਗੇ, ਬਾਬਾ ਜੀ ਛੋਟੇ ਭਰਾ ਤੁਹਾਡੇ ਤਾਂ ਸਣੇ ਪੁੱਤਰ ਪਰਿਵਾਰ ਲੈ ਕੇ ਸੱਚਖੰਡ ਨੂੰ ਚੱਲੇ ਨੇ। ਜੇ ਬੱਚਾ ਚਲਾ ਗਿਆ ਤੇ ਗੁਰੂ ਨਾਨਕ ਦੇਵ ਜੀ ਦੇ ਦੁਨੀਆ ਤੋਂ ਅੰਸ਼ ਖਤਮ ਹੋ ਜਾਏਗੀ। ਘੱਟੋ ਘੱਟ ਸਾਹਿਬਜ਼ਾਦੇ ਨੂੰ ਤਾਂ ਰੱਖੋ। ਤੇ ਬਾਬਾ ਸ੍ਰੀ ਚੰਦ ਜੀ 9 ਯੋਜਨ ਬਾਂਹ ਉੱਤੇ ਕਰਕੇ ਸਾਧ ਸੰਗਤ ਜੀ ਬਾਬਾ ਧਰਮਚੰਦ ਜੀ ਨੂੰ ਲਾ ਲਿਆ
ਤੇ ਉਹਨਾਂ ਨੂੰ ਆਪਣੇ ਚਰਨਾਂ ਦਾ ਅੰਗੂਠਾ ਝੁੰਗਾ ਕੇ ਪਾਲਿਆ। ਫਿਰ ਵੱਡਾ ਹੋਇਆ ਤੇ ਵਿਆਹ ਕੇ ਅੱਗੋਂ ਉਹਨਾਂ ਦੀ ਅੰਸ ਬੰਸ ਚੱਲੀ। ਸੋ ਬਾਬਾ ਧਰਮ ਚੰਦ ਜੀ ਹੁਣ ਬਹੁਤ ਬਿਰਧ ਹੋ ਚੁੱਕੇ ਨੇ, 80-90 ਸਾਲਾਂ ਦੇ ਨੇ। ਉਹਨਾਂ ਨੂੰ ਪਤਾ ਲੱਗਾ 6ਵੇਂ ਪਾਤਸ਼ਾਹ ਜੀ ਆਏ ਹਨ। ਤਿਹ ਸੁਧ ਪਹਿ ਗੁਰ ਚਲ ਆਏ। ਬਾਬਾ ਧਰਮ ਚੰਦ ਜੀ ਨੂੰ ਖਬਰ ਮਿਲੀ ਕਿ ਗੁਰੂ ਸਾਹਿਬ ਜੀ ਚੱਲ ਆਏ ਹਨ। ਸਭ ਕਟਾਮਜਤ ਆਨੰਦ ਪਾਏ। ਸਾਰਾ ਪਰਿਵਾਰ ਖੁਸ਼ ਹੋਇਆ। ਦੋਏ ਪੁੱਤਰ ਕੋ ਲੈ ਕਰ ਸਾਥ। ਬਾਬਾ ਧਰਮ ਚੰਦ ਜੀ ਬੇਦੀਆਂ ਦੇ ਸਾਰੇ ਪਰਿਵਾਰ ਨੂੰ, ਖਾਸ ਕਰਕੇ ਆਪਣੇ ਦੋਵੇਂ ਪੁੱਤਰ ਬਾਬਾ ਮੇਹਰ ਚੰਦ ਜੀ ਤੇ ਬਾਬਾ ਮਾਣਕ ਚੰਦ ਜੀ ਨੂੰ ਨਾਲ ਲੈ ਕੇ ਆਏ। ਆਏ ਸਤੁਰਤ ਜਹਾਂ ਗੁਰਨਾਥ। ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਦਿਉਰੇ ਦੇ ਸਾਹਮਣੇ ਬੈਠੇ ਸੀ, ਬਾਬਾ ਧਰਮ ਚੰਦ ਜੀ ਉੱਥੇ ਆ ਗਏ। ਤਿਨ ਕੋ ਮਾਨ ਰਾਖ ਬੇਹੇਤ। ਜਦੋਂ ਬਾਬਾ ਧਰਮ ਚੰਦ ਜੀ ਸਾਹਮਣੇ ਆਏ, ਉਹਨਾਂ ਦਾ ਮਾਣ ਰੱਖਣ ਵਾਸਤੇ ਖਰੇ ਭਏ ਸੋਢੀ ਕੁਲਕੇਤ। ਛੇਵੇਂ ਪਾਤਸ਼ਾਹ ਖੜੇ ਹੋ ਗਏ। ਸਾਧ ਸੰਗਤ ਜੀ, ਇਹਨੂੰ ਕਹਿੰਦੇ ਆ ਵਡਿਆਈ ਵੱਡਿਆਂ ਦੀ। ਮਹਾਂਪੁਰਸ਼ਾਂ ਨੇ ਸਾਨੂੰ ਜਾਚ ਸਿਖਾਈ ਹੈ। ਸਤਿਕਾਰ ਲੈਣ ਦੀ ਚੀਜ਼ ਨਹੀਂ ਹੁੰਦੀ, ਸਤਿਕਾਰ ਦੇਣ ਦੀ ਚੀਜ਼ ਹੁੰਦੀ ਹੈ। ਜੇ ਕੋਈ ਕਵੇ ਵੀ ਮੈਂ ਤੇ ਕਿਸੇ ਦਾ ਸਤਿਕਾਰ ਕਰਨਾ ਨਹੀਂ ਤੇ ਮੇਰਾ ਸਾਰੇ ਕਰੀ ਜਾਣਾ, ਉਸ ਬੰਦੇ ਨੂੰ ਕਦੀ ਸਤਿਕਾਰ ਨਹੀਂ ਮਿਲਦਾ। ਛੇਵੇਂ ਪਾਤਸ਼ਾਹ ਮਰਿਆਦਾ ਪੁਰਸ਼ੋਤਮ ਨੇ ਤੇ ਗੁਰੂ ਨਾਨਕ ਦੇਵ ਜੀ ਦੇ ਪੋਤਰੇ ਨੂੰ ਵੇਖ ਕੇ ਨਾ ਖੜੇ ਹੋ ਗਏ। ਇੱਕ ਤਾਂ ਬਾਬਾ ਧਰਮ ਚੰਦ ਜੀ ਉਮਰ 'ਚ ਵੀ ਵੱਡੇ ਹਨ। ਵੱਡਾ ਹੋਵੇ, ਬਜ਼ੁਰਗ ਹੋਵੇ, ਉਹਨੂੰ ਸਾਰਿਆਂ ਦਾ ਫਰਜ਼ ਬਣਦਾ ਸਤਿਕਾਰ ਦੇਵੇ। ਆਪਣੇ ਤੋਂ ਇੱਕ ਦਿਨ ਵੀ ਕੋਈ ਵੱਡਾ ਹੋਵੇ ਨਾ, ਆਪਣੇ ਤੋਂ ਇੱਕ ਦਿਨ ਵੀ ਵੱਡਾ ਹੋਵੇ, ਉਹ ਇੱਕ ਦਿਨ ਵੱਡਾ ਹੀ ਹੁੰਦਾ। ਇਹ ਮਰਿਆਦਾ ਸਾਨੂੰ ਬਜ਼ੁਰਗਾਂ ਨੇ ਸਿਖਾਈ ਹੈ। ਤੇ ਗੁਰੂ ਸਾਹਿਬ ਜੀ ਨੇ ਇੱਕ ਤਾਂ ਉਮਰ 'ਚ ਵੱਡੇ ਹਨ, ਇੱਕ ਬਾਬਾ ਜੀ ਧਰਮ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਕਲੌਤੇ ਪੋਤਰੇ ਹਨ। ਇਸ ਕਰਕੇ ਛੇਵੇਂ ਪਾਤਸ਼ਾਹ ਉਹਨਾਂ ਦਾ ਮਾਣ ਰੱਖਣ ਲਈ ਖੜੇ ਹੋ ਗਏ ਹਨ। ਸ਼੍ਰੀ ਨਾਨਕ ਮਹਿਮਾ ਬੜ ਜਾਨ। ਗੁਰੂ ਨਾਨਕ ਦੇਵ ਜੀ ਦੀ ਬੜੀ ਵੱਡੀ ਮਹਿਮਾ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਦੇ ਕੁੱਤਿਆਂ ਵਿੱਚ ਵੀ ਕਰਾਮਾਤਾਂ ਨੇ, ਤੇ ਗੁਰੂ ਨਾਨਕ ਦੇ ਪੋਤਰੇ ਦਾ ਸਤਿਕਾਰ ਨਹੀਂ ਕਰਨਾ, ਹੋਰ ਕਿਹਦਾ ਕਰਾਂਗੇ। ਸਤਿਗੁਰੂ ਪਾਤਸ਼ਾਹ ਜੀ ਖੜੇ ਹੋ ਗਏ ਸਤਿਕਾਰ ਵਜੋਂ। ਪ੍ਰਥਮ ਬੰਦਨਾ ਸ਼੍ਰੀ ਗੁਰ ਠਾਨ। ਪਹਿਲਾਂ ਮਹਾਰਾਜ ਨੇ ਨਮਸਕਾਰ ਕੀਤੀ, ਹੱਥ ਜੋੜ ਕੇ ਨਮਸਕਾਰ ਕੀਤੀ ਬਾਬਾ ਧਰਮ ਚੰਦ ਜੀ ਦੇ ਚਰਨਾਂ ਵਿੱਚ। ਸਾਦਰ ਬਹੁਰ ਬੈਠ ਬੋ ਕਰੇ। ਤੇ ਫਿਰ ਬਾਬਾ ਜੀ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੀ। ਉਹ ਵੀ ਬੜੇ ਸਿਆਣੇ ਸਮਝਦਾਰ ਸਨ। ਉਹਨਾਂ ਨੂੰ ਵੀ ਪਤਾ ਸੀ ਵੀ ਇਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਸਾਡੇ ਗੁਰੂ ਹਨ। ਇੱਦਾਂ ਇੱਕ ਦੂਜੀ ਨੂੰ ਆਦਰ ਨਾਲ ਮਿਲੇ ਹਨ ਤੇ ਫਿਰ ਬੈਠ ਗਏ ਹਨ ਗੁਰੂ ਨਾਨਕ ਸਾਹਿਬ ਦੇ ਡੇਰੇ, ਜਿੱਥੇ ਡੇਰਾ ਬਾਬਾ ਨਾਨਕ ਦਾ ਦਰਬਾਰ ਹੈ, ਉਹਦੇ ਵਿਹੜੇ ਵਿੱਚ ਬੈਠ ਗਏ ਹਨ। ਕੁਸ਼ਲ ਪ੍ਰਸ਼ਨ ਕਰ ਆਨੰਦ ਭਰੇ। ਇੱਕ ਦੂਜੀ ਦਾ ਹਾਲ ਚਾਲ ਸੁਖ ਸ਼ਾਂਤ ਪੁੱਛੀ, ਬੜੇ ਆਨੰਦ ਦੇ ਨਾਲ ਮਿਲੇ ਹਨ। ਬਹੁ ਪ੍ਰਸਾਦ ਸਤਿਗੁਰ ਮੰਗਵਾਇਓ। ਫਿਰ ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪਣੇ ਖਜ਼ਾਨਚੀ ਨੂੰ ਇਸ਼ਾਰਾ ਕੀਤਾ, ਬਹੁਤ ਸਾਰਾ ਪ੍ਰਸ਼ਾਦ ਮੰਗਾਇਆ। ਮਠਿਆਈਆਂ ਮੰਗਾ ਲਈਆਂ, ਫਲ ਫਰੂਟ ਮੰਗਵਾ ਲਏ, ਤੇ ਡਰਾਈ ਫਰੂਟ ਜਿਹੜਾ ਹੁੰਦਾ ਮਿਸ਼ਰੀ ਵਗੈਰਾ, ਇੱਦਾਂ ਦੇ ਪਦਾਰਥ ਮੰਗਵਾਏ ਉੱਥੇ। ਹਾਂਜੀ, ਸ਼੍ਰੀ ਨਾਨਕ ਕੋ ਅਰਪ ਵਰਤਾਇਓ। ਤੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਤਿਆਰ ਕਰਾਈ। ਉਹ ਦੋਵੇਂ ਭੇਟਾਵਾਂ ਰੱਖ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਤੇ ਫਿਰ ਸਾਰੀ ਸੰਗਤ ਨੂੰ ਦੇਗਾਂ, ਮਿਸ਼ਰੀ, ਕੜਾਹ ਪ੍ਰਸ਼ਾਦ, ਫਲ ਫਰੂਟ ਵਰਤਾਇਆ। ਹਾਂਜੀ, ਏਕ ਸਹਸਰ ਰਜਤ ਪਨ ਲਿਓ। 1000 ਚਾਂਦੀ ਦਾ ਰੁਪਈਆ। ਉਹਨਾਂ ਦਿਨਾਂ 'ਚ ਰੁਪਈਏ ਚਾਂਦੀ ਦੇ ਹੁੰਦੇ ਸੀ। 1000 ਚਾਂਦੀ ਦਾ ਰੁਪਈਆ ਮਹਾਰਾਜ ਨੇ। ਅੱਜ 1000 ਦੀ ਕੋਈ ਵੈਲਿਊ ਨਹੀਂ। ਉਹ ਰੁਪਈਆ ਜੇ ਅੱਜ ਹੋਵੇ ਤੇ ਕਰੋੜਾਂ ਰੁਪਈਆ ਬਣਦਾ। ਆਖੋ ਸ੍ਰੀ ਵਾਹਿਗੁਰੂ। ਛੇਵੇਂ ਪਾਤਸ਼ਾਹ ਨੇ 1000 ਰੁਪਈਆ ਗੁਰਦੁਆਰਾ ਡੇਰਾ ਬਾਬਾ ਨਾਨਕ ਦੀ ਸੇਵਾ ਲਈ ਬਾਬਾ ਧਰਮ ਚੰਦ ਜੀ ਦੇ ਹਵਾਲੇ ਕੀਤਾ। ਹਾਂਜੀ, ਅਗਰ ਦੇਹੁਰੇ ਕੇ ਧਰ ਦਇਓ। ਡੇਰਾ ਬਾਬਾ ਨਾਨਕ ਜਿੱਥੇ ਗੁਰੂ ਜੀ ਦਾ ਡੇਰਾ ਹੈ, 1000 ਰੁਪਈਆ ਅੱਗੇ ਰੱਖਿਆ ਛੇਵੇਂ ਪਾਤਸ਼ਾਹ ਨੇ। ਕੰਚਨ ਕੇ ਕੰਕਨ ਮੰਗਵਾਏ। ਫਿਰ ਖਜ਼ਾਨਚੀ ਨੂੰ ਕਿਹਾ ਵੀ 2 ਜੋੜੀਆਂ ਸੋਨੇ ਦੇ ਕੜੇ ਲਿਆਓ। ਸੋਨੇ ਦੇ ਕੜੇ 2 ਜੋੜੀਆਂ ਮੰਗਵਾਈਆਂ। ਹਾਂਜੀ, ਕੋਸ਼ਬ ਤਬ ਆਨੇ ਸਹਸਾਏ। ਖਜ਼ਾਨਚੀ ਦੌੜ ਕੇ ਗਿਆ, ਗੁਰੂ ਦੇ ਖਜ਼ਾਨੇ 'ਚੋਂ 2 ਜੋੜੀਆਂ ਯਾਨੀ 4 ਕੜੇ ਸੋਨੇ ਦੇ ਲੈ ਆਇਆ। ਮਿਹਰ ਚੰਦ ਮਾਣਕ ਚੰਦ ਦਊ। ਮਹਾਰਾਜ ਛੇਵੇਂ ਪਾਤਸ਼ਾਹ ਨੇ ਇੱਕ ਜੋੜੀ ਬਾਬਾ ਮੇਹਰ ਚੰਦ ਜੀ ਨੂੰ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੜ ਪੋਤਰੇ,
ਬਾਬਾ ਧਰਮ ਚੰਦ ਜੀ ਦੇ ਪੁੱਤਰ ਬਾਬਾ ਲਖਮੀ ਦਾਸ ਜੀ ਦੇ ਪੋਤਰੇ ਤੇ ਗੁਰੂ ਨਾਨਕ ਦੇਵ ਜੀ ਦੇ ਪੜ ਪੋਤਰੇ ਬਾਬਾ ਮੇਹਰ ਚੰਦ ਜੀ ਤੇ ਬਾਬਾ ਮਾਣਕ ਚੰਦ ਜੀ ਦੋਵਾਂ ਮਹਾਂਪੁਰਸ਼ਾਂ ਨੂੰ ਜੋੜੀਆਂ ਕੜਿਆਂ ਦੀਆਂ ਸੋਨੇ ਦੀਆਂ ਪਾਈਆਂ ਹਨ। ਪਹਿਰਾਏ ਕਹਿ ਸਾਦਰ ਸੋ। ਬੜੇ ਸਤਿਕਾਰ ਨਾਲ ਬੇਨਤੀ ਲਓ ਮਹਾਂਪੁਰਸ਼ੋ, ਤੁਸੀਂ ਗੁਰੂ ਨਾਨਕ ਦੇਵ ਜੀ ਦੇ ਬੱਚੇ ਹੋ, ਉਹਨਾਂ ਦੀ ਅੰਸ਼ ਬੰਸ ਹੋ, ਸਤਿਕਾਰਯੋਗ ਹੋ। ਇੱਦਾਂ ਕਹਿ ਕੇ ਆਦਰ ਕੀਤਾ ਛੇਵੇਂ ਪਾਤਸ਼ਾਹ ਜੀ ਨੇ। ਧਰਮ ਚੰਦ ਕਰਵਾਇਓ ਡੇਰਾ। ਤੇ ਬਾਬਾ ਧਰਮ ਚੰਦ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਵੀ ਅੱਜ ਇੱਥੇ ਹੀ ਰਹਿਣਾ। ਡੇਰਾ ਕਾ ਬਹੁਤ ਖੁੱਲ੍ਹੇ, ਉੱਥੇ ਤੁਸੀਂ ਕਦੀ ਡੇਰਾ ਬਾਬਾ ਨਾਨਕ ਜਾਓ ਨਾ, ਉੱਥੇ ਆਲੇ ਦੁਆਲੇ ਖੁੱਲ੍ਹੀ ਥਾਂ, ਹੁਣ ਵੀ ਕਾਫੀ ਹੈ, ਉਦੋਂ ਤਾਂ ਖਾਲੀ ਸੀ, ਹੁਣ ਪਿੰਡ ਵਸ ਗਿਆ। ਤੋ ਉੱਥੇ ਖੁੱਲ੍ਹੀ ਥਾਂ 'ਤੇ ਘੋੜੇ ਬੰਨ੍ਹ ਦਿੱਤੇ ਛੇਵੇਂ ਪਾਤਸ਼ਾਹ ਨੇ, ਤੰਬੂ ਲਾ ਦਿੱਤੇ। ਜਥਾ ਜੋਗ ਥਲ ਦੀਨ ਬਸੇਰਾ। ਤੇ ਗੁਰੂ ਸਾਹਿਬ ਵਾਸਤੇ ਵਧੀਆ ਮਕਾਨ, ਕਮਰਾ, ਬੇਦੀਆਂ ਨੇ ਤਿਆਰ ਕੀਤਾ ਵੀ ਗੁਰੂ ਸਾਹਿਬ ਇਸ ਮਕਾਨ ਵਿੱਚ ਪਲੰਘੇ 'ਤੇ ਆਰਾਮ ਕਰਨਗੇ। ਨਾਲ ਦੂਸਰਾ ਪਲੰਘਾ ਭਾਈ ਭਾਨਾ ਜੀ, ਭਾਈ ਗੁਰਦਾਸ ਜੀ ਵਰਗੇ ਸਿੱਖਾਂ ਦਾ ਵੀ ਆਸਣ ਲਵਾਇਆ। ਜਥਾ ਸ਼ਕਤ ਸੇਵਾ ਕਰਵਾਈ। ਤੇ ਸਾਰਿਆਂ ਦੀ ਸੇਵਾ ਬੜੇ ਆਦਰ ਨਾਲ ਕਰਵਾਈ। ਬਾਬਾ ਧਰਮ ਚੰਦ ਜੀ ਨੇ ਲੰਗਰ ਵੀ ਲਾ ਦਿੱਤੇ। ਤਹ ਸ਼੍ਰੀ ਸਤਿਗੁਰ ਨੇ ਸਾਬਿਤਾਈ। ਗੁਰੂ ਛੇਵੇਂ ਪਾਤਸ਼ਾਹ ਜੀ ਇੱਕ ਰਾਤ ਡੇਰਾ ਬਾਬਾ ਨਾਨਕ ਬਤੀਤ ਕੀਤੀ ਹੈ। ਭਈ ਪ੍ਰਭਾਤ ਧਰਮ ਚੰਦ ਆਏ। ਅਗਲੇ ਦਿਨ ਸਵੇਰੇ ਬਾਬਾ ਧਰਮ ਚੰਦ ਜੀ ਆ ਗਏ। ਗੁਰੂ ਪ੍ਰਥਮ ਕੇ ਚਲਤ ਸੁਨਾਏ। ਗੁਰੂ ਨਾਨਕ ਦੇਵ ਜੀ ਦੇ ਆਪਣੇ ਦਾਦਾ ਜੀ ਦੇ ਬਚਨ ਸੁਣਾਉਣ ਲੱਗ ਪਏ। ਛੇਵੇਂ ਪਾਤਸ਼ਾਹ ਕਹਿੰਦੇ ਮਹਾਂਪੁਰਸ਼ੋ, ਤੁਹਾਡੇ ਤੇ ਦਾਦਾ ਜੀ ਸਨ, ਤੁਸੀਂ ਤਾਂ ਉਹਨਾਂ ਦੀ ਗੋਦ ਵਿੱਚ ਖੇਡੇ ਹੋ, ਸੁਣਾਓ ਕੋਈ ਬਚਨ ਵੱਡੇ ਪਾਤਸ਼ਾਹ ਦਾ, ਗੁਰੂ ਨਾਨਕ ਸਾਹਿਬ ਦਾ। ਤੇ ਬਾਬਾ ਧਰਮ ਚੰਦ ਜੀ ਆਪਣੇ ਬਚਪਨ ਦੀਆਂ ਯਾਦਾਂ, ਆਪਣੇ ਦਾਦਾ ਜੀ ਦੀਆਂ, ਪਹਿਲੀ ਪਾਤਸ਼ਾਹੀ ਸਤਿਗੁਰੂ ਨਾਨਕ ਦੇਵ ਜੀ ਦੀਆਂ, ਗੁਰੂ ਹਰਗੋਬਿੰਦ ਸਾਹਿਬ ਨੂੰ ਸੁਣਾਉਣ ਲੱਗ ਪਏ। ਬੂਜਨ ਕਰੇ ਸ਼੍ਰੀ ਚੰਦ ਜੀ। ਤੇ ਫਿਰ ਮਹਾਰਾਜ ਪੁੱਛਦੇ ਨੇ, ਬਾਬਾ ਜੀ ਵੱਡੇ ਮਹਾਂਪੁਰਸ਼ ਬਾਬਾ ਸ੍ਰੀ ਚੰਦ ਜੀ ਕਿੱਥੇ ਹਨ? ਤੁਹਾਡੇ ਤਾਇਆ ਜੀ ਉਹ ਕਿੱਥੇ ਹਨ? ਕਿਸ ਸਥਾਨ ਤਪ ਤਾਪਤ ਤੇਈ। ਉਹ ਕਿੱਥੇ ਤਪੱਸਿਆ ਕਰ ਰਹੇ ਨੇ ਇਸ ਵੇਲੇ? ਕਿੱਥੇ ਦਰਸ਼ਨ ਹੋਣਗੇ ਉਹਨਾਂ ਦੇ? ਚਲੋ ਸੰਗਤ ਨੇ ਦਰਸ਼ਨ ਕਰੀਏ। ਬਾਬਾ ਜੀ ਤੁਸੀਂ ਸਾਨੂੰ ਨਾਲ ਲੈ ਕੇ ਚਲੋ, ਚੱਲ ਕੇ ਬਾਬਾ ਸ੍ਰੀ ਚੰਦ ਜੀ ਦੇ ਵੀ ਦਰਸ਼ਨ ਕਰੀਏ। ਹਾਂਜੀ, ਪਰਮ ਬ੍ਰਿਧ ਪਦ ਪਰਸਨ ਧਰੀਏ। ਬਹੁਤ ਬਿਰਧ ਹੋ ਗਏ ਨੇ ਸਾਧ ਸੰਗਤ ਜੀ, 150 ਸਾਲ ਦੇ ਨੇੜੇ ਉਮਰ ਹੋਈ ਹੈ ਬਾਬਾ ਸ੍ਰੀ ਚੰਦ ਜੀ। ਕੋਈ ਛੋਟੀ ਮੋਟੀ ਖੇਡ ਨਹੀਂ ਹੋਈ। ਤੇ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਚਲੋ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਨੇ, ਉਹਨਾਂ ਦੇ ਦਰਸ਼ਨ ਕਰੀਏ। ਹਾਂਜੀ, ਇਮ ਕਹਿ ਲਏ ਧਰਮ ਸਸ ਸੰਗ। ਇੱਦਾਂ ਕਹਿ ਕੇ ਬਾਬਾ ਧਰਮ ਚੰਦ ਜੀ ਨੂੰ ਨਾਲ ਲੈ ਲਿਆ। ਗਮਨੇ ਸਤਿਗੁਰ ਚੜੇ ਤੋ ਰੰਗ। ਮਹਾਰਾਜ ਘੋੜੇ ਤੇ ਸਵਾਰ ਹੋ ਗਏ ਬਾਬਾ ਧਰਮ ਚੰਦ ਜੀ ਨੂੰ ਨਾਲ ਲੈ ਕੇ। ਤੇ ਬਾਬਾ ਮੇਹਰ ਚੰਦ ਜੀ, ਬਾਬਾ ਮਾਣਕ ਚੰਦ ਜੀ, ਬਾਬਾ ਭਾਨਾ ਜੀ, ਹੋਰ ਗੁਰਸਿੱਖ ਗੁਰੂ ਘਰ ਦੇ ਮੋਹਤਬਰ ਭਾਈ ਬਿਧੀ ਚੰਦ, ਭਾਈ ਗੁਰਦਾਸ, ਸਾਰੀ ਫੌਜ ਹੀ ਉਧਰ ਨੂੰ ਚੱਲ ਪਈ। ਹਾਂਜੀ, ਸ਼੍ਰੀ ਨਾਨਕ ਕੇ ਰੁਚਿਰ ਬਿਲਾਸ। ਰਸਤੇ 'ਚ ਜਾਂਦੇ ਬਾਬਾ ਧਰਮ ਚੰਦ ਜੀ ਨਾਲ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਹੀ ਬਚਨ ਕਰਦੇ। ਬਾਬਾ ਧਰਮ ਚੰਦ ਕਿਉਂਕਿ ਮਹਾਰਾਜ ਦੇ ਪੋਤਰੇ ਸਨ, ਨਾਲ ਰਹੇ ਸਨ ਬਚਪਨ ਵਿੱਚ, ਉਹ ਸਾਰੀਆਂ ਗੱਲਾਂ ਸਤਿਗੁਰਾਂ ਦੀਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਣਾਈ ਜਾਂਦੇ। ਤੇ ਮਹਾਰਾਜ ਸੁਣ ਸੁਣ ਕੇ ਬੜੇ ਪ੍ਰਸੰਨ ਹੋ ਰਹੇ ਛੇਵੇਂ ਪਾਤਸ਼ਾਹ। ਮਗ ਮਹਿ ਕਰਤੇ ਜਾਤ ਪ੍ਰਕਾਸ਼। ਰਸਤੇ ਵਿੱਚ ਗਿਆਨ ਗੋਸ਼ਟੀ ਹੁੰਦੀ ਜਾ ਰਹੀ ਹੈ। ਸਾਧ ਸੰਗਤ ਜੀ, ਸਿੱਖੀ ਕੀ ਹੈ? ਗੱਲੀ ਗੱਲਾਂ ਸਿਰਜਣਹਾਰ। ਇਹ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਆਸਾ ਰਾਗ ਵਿੱਚ। ਗੱਲ ਕਰੋ ਤੇ ਰੱਬ ਦੀ ਕਰੋ, ਐਵੇਂ ਕਿਸੇ ਦੀ ਨਿੰਦਾ ਚੁਗਲੀ ਕਰੀ ਜਾਣੀ, ਇਹ ਸਿੱਖੀ ਥੋੜ੍ਹਾ। ਜਦੋਂ ਵੀ ਬਚਨ ਕਰੋ ਗੁਰੂ ਦਾ ਕਰੋ, ਪਰਮੇਸ਼ਰ ਦਾ ਕਰੋ, ਸ਼ਹੀਦਾਂ ਸਿੰਘਾਂ ਦਾ ਕਰੋ, ਸੰਤਾਂ ਮਹਾਂਪੁਰਸ਼ਾਂ ਦਾ, ਬ੍ਰਹਮ ਗਿਆਨੀਆਂ ਦਾ ਕਰੋ, ਗੁਰੂ ਦੀ ਬਾਣੀ ਦਾ ਬਚਨ ਕਰੋ। ਜਿਹੜਾ ਕੱਚਾ ਬਚਨ ਹੈ ਨਾ, ਉਹ ਸਾਨੂੰ ਕੱਚਾ ਕਰ ਦਿੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਛੇਵੇਂ ਪਾਤਸ਼ਾਹ ਗੱਲਾਂ ਕਰ ਰਹੇ ਨੇ ਬਾਬਾ ਧਰਮ ਚੰਦ ਜੀ ਨਾਲ। ਕਿਹਦੀਆਂ ਕਰ ਰਹੇ ਨੇ? ਗੁਰੂ ਨਾਨਕ ਸਾਹਿਬ ਜੀ ਦੀਆਂ, ਪਰਮੇਸ਼ਰ ਦੀਆਂ। ਹਾਂਜੀ, ਪਹੁੰਚੇ ਤਿਤ ਟਾਲੀ ਕੇ ਤਰੇ। ਤੁਰਦੇ ਤੁਰਦੇ ਉਸ ਟਾਹਲੀ ਥੱਲੇ ਪਹੁੰਚ ਗਏ ਨੇ। ਪਰਮ ਬ੍ਰਿਧ ਸ਼ੁਭ ਆਸਨ ਕਰੇ। ਜਿੱਥੇ ਟਾਹਲੀ ਦੇ ਥੱਲੇ ਧੂਣਾ ਲਾ ਕੇ ਪਰਮ ਬਿਰਧ, ਬਹੁਤ ਵੱਡੀ ਉਮਰ ਦੇ ਬਾਬਾ ਬੁੱਢਾ ਜੀ 125 ਸਾਲ ਰਹਿ ਕੇ ਗਏ ਨੇ। ਤੇ ਬਾਬਾ ਬੁੱਢਾ ਜੀ ਨਾਲੋਂ 11 ਸਾਲ ਲਗਭਗ ਬਾਬਾ ਸ੍ਰੀ ਚੰਦ ਜੀ ਹੋਰ ਵੱਡੇ ਨੇ। ਤੇ 135 ਸਾਲ ਦੇ ਹੋਏ ਬੈਠੇ ਨੇ। ਉੱਥੇ ਆ ਗਏ ਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਟਾਹਲੀ ਦੇ ਕੋਲ।
ਹੈ ਤੇ ਉਤਰ ਦੂਰ ਤੇ ਆਏ। ਜਦੋਂ ਦੂਰੋਂ ਟਾਹਲੀ ਦਿਸੀ ਹੈ ਨਾ, ਉੱਥੋਂ ਘੋੜੇ ਤੋਂ ਉਤਰ ਗਏ ਮਹਾਰਾਜ ਛੇਵੇਂ ਪਾਤਸ਼ਾਹ। ਮਹਾਂਪੁਰਸ਼ਾਂ ਦਾ ਸਤਿਕਾਰ ਕਿਵੇਂ ਕਰੀਦਾ, ਆਦਰ ਕਿਵੇਂ ਕਰੀਦਾ। ਅੱਜ ਕੱਲ੍ਹ ਤਾਂ ਸਾਧ ਸੰਗਤ ਜੀ ਜਿਹਨੂੰ ਜਪਜੀ ਸਾਹਿਬ ਦਾ ਮੂਲ ਮੰਤਰ ਨਹੀਂ ਨਾ ਪੜ੍ਹਨਾ ਹੁੰਦਾ, ਮੈਂ ਕਈ ਦੇਖਿਆ ਮੂਲ ਮੰਤਰ ਦਾ ਪਾਠ ਸ਼ੁੱਧ ਨਹੀਂ ਸੁਣਾ ਸਕਦੇ, ਤੇ ਉਹ ਬਾਬਾ ਸ੍ਰੀ ਚੰਦ ਜੀ ਤੇ ਉਂਗਲਾਂ ਚੁੱਕਦੇ। ਗੁਰੂ ਦੇ ਪੁੱਤਰਾਂ ਦੀ ਨਿੰਦਾ, ਗੁਰੂ ਦੀ ਨਿੰਦਾ ਕਿਉਂ? ਗੁਰੂ ਸੱਚੇ ਪਾਤਸ਼ਾਹ ਦੀ ਅੰਸ਼ ਬੰਸ ਹੈ, ਉਹਨਾਂ ਦੇ ਖੂਨ ਵਿੱਚੋਂ, ਉਹਨਾਂ ਦੇ ਪਵਿੱਤਰ ਸਰੀਰ ਵਿੱਚੋਂ ਪੈਦਾ ਹੋਏ ਹੈ। ਇਸ ਕਰਕੇ ਮਹਾਂਪੁਰਸ਼ਾਂ ਦੀ ਕਦੀ ਕਿਸੇ ਦੀ ਵੀ ਨਿੰਦਾ ਦਾ ਮਾਰੇ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਹੀਂ, ਨਿੰਦਾ ਤੇ ਕਿਸੇ ਦੀ ਵੀ ਚੰਗੀ ਨਹੀਂ। ਤੇ ਅਵਤਾਰਾਂ ਦੀ ਨਿੰਦਾ ਕਰਨੀ, ਸੰਤਾਂ ਮਹਾਂਪੁਰਸ਼ਾਂ ਦੀ ਕਿੱਡੀ ਅਸ਼ਟਪਦੀ ਮਹਾਰਾਜ ਨੇ ਸੁਣਾਈ ਹੈ। 13ਵੀਂ ਅਸ਼ਟਪਦੀ ਸ੍ਰੀ ਸੁਖਮਣੀ ਸਾਹਿਬ ਦੀ ਪੜ੍ਹ ਲਓ। ਮਹਾਰਾਜ ਕਹਿੰਦੇ ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ, ਮਰ ਜੰਮੀ ਜਾਏਗਾ, ਮਰੀ ਜਾਏਗਾ, ਜੰਮੀ ਜਾਏਗਾ। ਤੇ ਫਿਰ ਇਹੋ ਜਿਹੇ ਸੰਤ ਬਾਬਾ ਸ੍ਰੀ ਚੰਦ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੋਂ ਦੂਰ ਹੀ ਉਤਰ ਪਏ ਨੇ, ਵੀ ਮਹਾਂਪੁਰਸ਼ਾਂ ਦੇ ਕੋਲ ਘੋੜੇ ਤੇ ਨਹੀਂ ਚੜ੍ਹ ਕੇ ਜਾਣਾ, ਦੂਰੋਂ ਹੀ ਉਤਰ ਪਏ। ਹਾਂਜੀ, ਸ਼੍ਰੀ ਹਰਗੋਬਿੰਦ ਸਿੱਖ ਸਮੁਦਾਇ ਨਾਲ ਜਦੋਂ ਛੇਵੇਂ ਪਾਤਸ਼ਾਹ ਉਤਰੇ ਸਾਰੀ ਫੌਜ ਵੀ ਘੋੜਿਆਂ ਤੋਂ ਉਤਰ ਪਈ। ਭਾਈ ਬਿਧੀ ਚੰਦ ਵਰਗੇ ਯੋਧੇ ਘੋੜਿਆਂ ਤੋਂ ਥੱਲੇ ਆ ਗਏ। ਹਾਂਜੀ, ਧਰਮਚੰਦ ਕੋ ਲੈ ਕਰ ਸਾਥ ਤੇ ਬਾਬਾ ਧਰਮਚੰਦ ਜੀ ਨੂੰ ਨਾਲ ਲੈ ਕੇ ਬੰਧਨ ਕਰੀ ਜੋਰ ਜੁਗ ਹਾਥ, ਹੱਥ ਵਿੱਚ ਮਠਿਆਈਆਂ ਪਕਵਾਨ ਪਦਾਰਥ ਲੈ ਜਾ ਕੇ ਬਾਬਾ ਸ੍ਰੀ ਚੰਦ ਜੀ ਨੂੰ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ ਜਾ ਕੇ। ਅਪਰ ਸਕਲ ਹੀ ਕਰ ਹੈ ਪ੍ਰਣਾਮ, ਕਹਿੰਦੇ ਸਾਰਿਆਂ ਨੇ ਬਾਬਾ ਜੀ ਦੇ ਚਰਨਾਂ 'ਚ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਬੈਠੇ ਗੁਰਸੁਤ ਤਪ ਕੇ ਧਾਮ, ਆਹ ਦੇਖਿਆ ਹੈ ਮਹਾਂ ਤਪਸਵੀ ਇੱਕ ਲੰਗੋਟੀ ਰੱਖਿਆ ਕਰਦੇ ਸੀ ਲੱਕ ਨੂੰ, ਕੋਈ ਸਰੀਰ ਤੇ ਕੱਪੜਾ ਨਹੀਂ ਸੀ, ਸੀਸ ਦੇ ਜਟਾ ਦਾ ਜੂੜਾ ਹੁੰਦਾ ਸੀ, ਜਟਾ ਜੂਟ ਬਾਬਾ ਸ੍ਰੀ ਚੰਦ ਜੀ ਮਹਾਂ ਤਪ ਕੇ ਧਾਮ। ਸਾਰੀ ਉਮਰ ਤਪੱਸਿਆ ਵਿੱਚ ਲੰਘਾਈ ਜਿਨ੍ਹਾਂ ਨੇ, ਜਪ ਤਪ ਵੀ ਜਿਨ੍ਹਾਂ ਦਾ ਨਿਯਮ ਸੀ, ਸਾਰੀ ਜ਼ਿੰਦਗੀ ਪਰਮੇਸ਼ਰ ਦੇ ਭਜਨ ਤੋਂ ਬਾਹਰ ਇੱਕ ਮਿੰਟ ਵੀ ਨਹੀਂ ਬੈਠੇ ਹੋਏ ਨੇ। ਸਤਿਗੁਰੂ ਛੇਵੇਂ ਪਾਤਸ਼ਾਹ ਜਾ ਕੇ ਬੈਠ ਗਏ, ਬੈਠੇ ਸਨਮੁਖ ਮੋਦ ਉਪਾਏ। ਬੜੇ ਪ੍ਰਸੰਨ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਸਾਹਿਬ ਜੀ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੂੰ ਵੇਖ ਕੇ ਹੋਏ। ਸ੍ਰੀ ਚੰਦ ਬੋਲੇ ਸਤ ਪਹਾਏ, ਤੇ ਬਾਬਾ ਸ੍ਰੀ ਚੰਦ ਜੀ ਨੇ ਨੇਤਰ ਖੋਲੇ ਤੇ ਬਾਬਾ ਸ੍ਰੀ ਚੰਦ ਜੀ ਸੁਭਾਵਕ ਪੁੱਛਿਆ, ਕਹੋ ਪੁਰਖਾ ਹੈ ਕੁਸ਼ਲ ਤੁਮਾਰੇ। ਕਹੋ ਪੁਰਖਾ ਠੀਕ ਹੋ, ਤੁਹਾਡੇ ਪਰਿਵਾਰ ਵਿੱਚ ਘਰ ਵਿੱਚ ਸਭ ਰਾਜੀ ਹੈ? ਕਿਉਂਕਿ ਜਿੰਨੇ ਵੀ ਗੁਰੂ ਸਾਹਿਬ ਹੋਏ ਨੇ ਉਹਨਾਂ ਨੂੰ ਬਾਬਾ ਸ੍ਰੀ ਚੰਦ ਜੀ ਪੁਰਖਾ ਕਰਕੇ ਹੀ ਬੁਲਾਇਆ ਕਰਦੇ ਸਨ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਗੁਰੂ ਅੰਗਦ ਦੇਵ ਜੀ ਨੂੰ ਪੁਰਖਾ ਕਰਕੇ ਬੁਲਾਇਆ ਸੀ। ਪੁਰਖਾ ਤੇ ਸਾਧ ਸੰਗਤ ਜੀ, ਪੁਰਖ ਦਾ ਅਰਥ ਉਹ ਨਹੀਂ ਜਿਹੜਾ ਅਸੀਂ ਲੈਂਦੇ ਹਾਂ। ਪੁਰਖ ਦਾ ਅਰਥ ਹੁੰਦਾ ਹੈ ਪੂਰਿਆ ਹੋਇਆ। ਪੁਰ ਦੇ ਵਿੱਚ, ਪੁਰ ਦੇ ਵਿੱਚ ਖ ਨਾਮ ਹੈ ਆਕਾਸ਼ ਦਾ। ਪੁਰ ਦੇ ਵਿੱਚ ਜੋ ਆਕਾਸ਼ ਦੀ ਤਰ੍ਹਾਂ ਵਿਆਪਕ ਹੋਵੇ ਉਹਨੂੰ ਕਹਿੰਦੇ ਪੁਰਖ, ਕਰਤਾ ਪੁਰਖ। ਜੋ ਵਾਹਿਗੁਰੂ ਹੈ ਉਹ ਇਸ ਦੁਨੀਆ ਦਾ ਕਰਤਾ ਹੈ ਤੇ ਬਣਾਈ ਹੋਈ ਆਪਣੀ ਸ੍ਰਿਸ਼ਟੀ ਦੇ ਵਿੱਚ ਪੂਰਿਆ ਹੋਇਆ ਹੈ, ਵਿਆਪਕ ਹੈ। ਪੁਰਖ ਦਾ ਅਰਥ ਹੁੰਦਾ ਹੈ ਵਿਆਪਕ, ਤੇ ਪੁਰਖਾ ਦਾ ਭਾਵ ਹੈ ਪਰਮੇਸ਼ਰ ਸਰੂਪ। ਆਮ ਆਪਾਂ ਕਹਿੰਦੇ ਹਾਂ ਕਿਸੇ ਨੂੰ ਪੁਰਖ, ਪੁਰਸ਼ ਬੰਦਾ, ਵੈਸੇ ਤਾਂ ਅਰਥ ਤਾਂ ਸਾਡੀ ਉਹ ਸੋਚ ਕਰਕੇ ਛੋਟਾ ਹੋਇਆ, ਸ਼ਬਦ ਦਾ ਅਰਥ ਤਾਂ ਵੱਡਾ ਹੈ। ਉਹ ਪੁਰਖ ਦਾ ਅਰਥ ਹੀ ਪੂਰਨ ਹੈ, ਜੋ ਪੂਰਿਆ ਹੋਇਆ, ਜੋ ਆਕਾਸ਼ ਦੀ ਤਰ੍ਹਾਂ ਸਭ ਥਾਂ ਤੇ ਪਰਿਪੂਰਨ ਹੋਵੇ, ਉਸ ਨੂੰ ਪੁਰਖ ਕਹਿੰਦੇ। ਕਹੋ ਪੁਰਖਾ ਸਭ ਕੁਸ਼ਲ ਤੁਮਾਰੇ। ਬਾਬਾ ਸ੍ਰੀ ਚੰਦ ਜੀ ਪੁੱਛਦੇ, ਪੁਰਖਾ ਤੁਹਾਡਾ ਸਰੀਰ ਠੀਕ ਹੈ? ਤੁਹਾਡੇ ਪਰਿਵਾਰ ਦਾ, ਘਰ-ਬਾਰ ਦਾ ਕੀ ਹਾਲ ਹੈ? ਹਾਂਜੀ, ਕਰਿਓ ਜੰਗ ਗਨ ਦੁਸ਼ਟਨ ਮਾਰੇ। ਸੁਣਿਆ ਬੜੇ ਵੱਡੇ ਜੰਗ ਕਰਕੇ ਆਏ ਹੋ, ਬੜੇ ਦੁਸ਼ਟਾਂ ਨੂੰ ਸੋਧਾ ਲਾਇਆ, ਬੜੇ ਜ਼ਾਲਮ ਮਾਰੇ ਹਨ। ਸੁਨ ਸ਼੍ਰੀ ਹਰਗੋਬਿੰਦ ਉਚਾਰੀ। ਬਾਬਾ ਸ੍ਰੀ ਚੰਦ ਜੀ ਦਾ ਸਵਾਲ ਸੁਣ ਕੇ ਛੇਵੇਂ ਪਾਤਸ਼ਾਹ ਹੱਥ ਜੋੜ ਕੇ ਕਹਿਣ ਲੱਗੇ, ਕੁਸ਼ਲ ਹਮਾਰੇ ਕਿਰਪਾ ਤੁਮਾਰੀ। ਮਹਾਂਪੁਰਸ਼ੋ, ਸਾਡੇ ਘਰ ਸਭ ਤੁਹਾਡੀ ਕਿਰਪਾ ਕਰਕੇ ਆਨੰਦ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪੁੱਤਰੋ, ਤੁਹਾਡੇ ਵਰਗੇ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਹੈ, ਸਭ ਆਨੰਦ ਹੀ ਆਨੰਦ ਹੈ। ਪਾਏ ਆਪ ਕੋ ਬਲ ਰਿਪ ਕਹਾਏ। ਆਪ ਜੀ ਜੈਸੇ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਬਲ ਮਿਲਦਾ ਹੈ, ਸ਼ਕਤੀ ਮਿਲਦੀ ਹੈ,
ਤੇ ਵੈਰੀਆਂ ਦੇ ਦੰਦ ਖੱਟੇ ਕਰੀਦੇ ਜੰਗ ਦੇ ਮੈਦਾਨ ਵਿੱਚ। ਰਣ ਵਿਸਾਲ ਮਹਿ ਕਰੀ ਸਹਾਏ। ਆਪ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮਿਹਰਾਂ ਕੀਤੀਆਂ। ਬੜਾ ਵੱਡਾ ਜੰਗ ਸੀ ਅੰਮ੍ਰਿਤਸਰ ਦਾ। ਆਪ ਜੀ ਦੀ ਕਿਰਪਾ ਨਾਲ 9 ਘੰਟਿਆਂ 'ਚ ਨਿਬੇੜ ਦਿੱਤਾ ਸਾਰਾ। ਦੂਜਾ ਜੰਗ ਸ੍ਰੀ ਹਰਗੋਬਿੰਦਪੁਰੇ ਹੋਇਆ, ਉਹ ਵੀ ਪਲਾਂ ਵਿੱਚ ਮਹਾਰਾਜ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਜਿੱਤ ਲਿਆ। 7000 ਤੁਰਕ ਮਾਰਿਆ ਅੰਮ੍ਰਿਤਸਰ ਦੀ ਲੜਾਈ ਵਿੱਚ, 14,000 ਮਾਰਿਆ ਸ੍ਰੀ ਹਰਗੋਬਿੰਦਪੁਰ ਦੀ ਲੜਾਈ ਵਿੱਚ। ਹਾਂਜੀ, ਇਤਿਆਦਿਕ ਕਰਬਾਕ ਬਿਲਾਸ। ਇਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬਚਨ ਬਿਲਾਸ ਕੀਤੇ ਹਨ। ਕੇਤਕ ਕਾਲ ਬੈਠ ਕਰ ਪਾਸ। ਕੁਝ ਸਮਾਂ ਕੋਲ ਬੈਠੇ ਰਹੇ, ਪਰਮੇਸ਼ਰ ਦੀਆਂ ਬ੍ਰਹਮ ਦੀਆਂ ਹੀ ਗੱਲਾਂ ਹੋਈਆਂ, ਦੁਨਿਆਵੀ ਗੱਲਾਂ ਨਹੀਂ ਹੁੰਦੀਆਂ। ਅਸੀਂ ਦੁਨਿਆਵੀ ਗੱਲਾਂ ਕਰਦੇ, ਸੁਣਾਓ ਜੀ ਕੋਈ ਨਵੀਂ ਤਾਜੀ। ਤੇ ਨਵੀਂ ਤਾਜੀ ਦੁਨੀਆ ਦਾ ਝੂਠ ਕਬਾੜੀ ਹੁੰਦਾ, ਹੋਰ ਕੀ ਹੁੰਦਾ। ਬਾਬਾ ਸ੍ਰੀ ਚੰਦ ਜੀ ਕੋਲ ਬਹਿ ਕੇ ਗੱਲਾਂ ਥੋੜ੍ਹਾ ਹੋਣੀਆਂ ਸਨ। ਉੱਥੇ ਤਾਂ ਅਧਿਆਤਮਕ ਰੂਹਾਨੀਅਤ ਦੀਆਂ ਗੱਲਾਂ ਹੋਣੀਆਂ ਸਨ, ਪਰਮੇਸ਼ਰ ਦੀਆਂ ਗੱਲਾਂ ਹੋਣੀਆਂ ਸਨ। ਤੇ ਬਾਬਾ ਜੀ ਬਚਨ ਕਰਦੇ, ਬਹੁਤ ਸੂਖਮ ਜਿਹੇ ਬਚਨ ਕਰਦੇ ਸਨ, ਬਹੁਤਾ ਲੰਮਾ ਚੌੜਾ ਨਹੀਂ ਬਚਨ ਕਰਦੇ। ਪਰ ਜਿੰਨਾ ਘੱਟ ਬੋਲਦੇ ਸਨ ਉਹਨਾਂ ਜ਼ਿਆਦਾ ਹੀ ਭਾਵਪੂਰਤ ਬੋਲਦੇ ਸਨ। ਤੇ ਛੇਵੇਂ ਪਾਤਸ਼ਾਹ ਵੀ ਉਹਨਾਂ ਬਚਨਾਂ ਨੂੰ ਅੱਗੋਂ ਉਸੇ ਤਰ੍ਹਾਂ ਹੀ ਜਵਾਬ ਦਿੰਦੇ ਸਨ। ਇੱਦਾਂ 2 ਘੜੀਆਂ ਬੈਠ ਕੇ ਬਚਨ ਬਿਲਾਸ ਕੀਤੇ ਹਨ। ਬਹੁਰ ਬੰਦ ਕਰ ਆਇਸ ਲੀਨ। ਫਿਰ ਹੱਥ ਜੋੜ ਕੇ ਛੇਵੇਂ ਪਾਤਸ਼ਾਹ ਨੇ ਬੇਨਤੀ ਕੀਤੀ, ਬਾਬਾ ਜੀ ਹੁਣ ਸਾਨੂੰ ਆਗਿਆ ਦਿਓ, ਆਪਣੇ ਅਸਥਾਨ ਤੇ ਜਾਈਏ। ਉਠੇ ਗੁਰੂ ਪਗ ਬੰਧਨ ਕੀਨ। ਤੇ ਬਾਬਾ ਜੀ ਨੂੰ ਨਮਸਕਾਰ ਕਰਕੇ ਛੇਵੇਂ ਪਾਤਸ਼ਾਹ ਉੱਠੇ ਹਨ। ਧਰਮ ਚੰਦ ਕੋ ਲੈ ਕਰ ਸਾਥ। ਬਾਬਾ ਧਰਮ ਚੰਦ ਜੀ ਨੂੰ ਨਾਲ ਲੈ ਕੇ ਆਏ ਨਿਜ ਨਿਵੇਸ਼ ਕਹੁ ਨਾਥ। ਸਤਿਗੁਰੂ ਆਪਣੇ ਅਸਥਾਨ ਤੇ ਆ ਗਏ, ਜਿੱਥੇ ਡੇਰਾ ਬਾਬਾ ਨਾਨਕ ਵਿਖੇ ਰਾਤ ਠਹਿਰੇ ਸਨ। 3 ਜਾਮਨੀ ਬਸ ਕਰ ਸੁਆਮੀ। 3 ਰਾਤਾਂ ਬਾਬਾ ਧਰਮ ਚੰਦ ਜੀ ਕੋਲ ਰਹੇ ਨੇ ਡੇਰਾ ਬਾਬਾ ਨਾਨਕ ਛੇਵੇਂ ਪਾਤਸ਼ਾਹ ਜੀ। ਪੁਨ ਤਿਆਰੀ ਕਰ ਅੰਤਰ ਜਾਮੇ। ਫਿਰ ਸਤਿਗੁਰੂ ਜੀ ਨੇ ਉਥੋਂ ਰਮਦਾਸ ਜਾਣ ਦੀਆਂ ਤਿਆਰੀਆਂ ਕਰ ਲਈਆਂ ਨੇ। ਬੰਧਨ ਕਰੀ ਦੇ ਹਰੇ ਜਾਏ। ਔਰ ਜਾ ਕੇ ਡੇਰਾ ਬਾਬਾ ਨਾਨਕ ਡੇਰਾ ਸਾਹਿਬ ਨੂੰ ਨਮਸਕਾਰ ਕੀਤੀ। ਜਾਣ ਲੱਗਿਆਂ ਵੀ ਇਹ ਮਰਿਆਦਾ ਹੈ, ਕਿਸੇ ਗੁਰੂ ਘਰ ਜਾਓ, ਜਾ ਕੇ ਇਸ਼ਨਾਨ ਕਰੋ, ਪਹਿਲੀ ਗੱਲ ਹੈ। ਉੱਦਾਂ ਹੀ ਨਹੀਂ ਪਸੀਨੇ ਨਾਲ ਜਾ ਕੇ ਗੁਰਦੁਆਰੇ ਵੜਨਾ ਚਾਹੀਦਾ, ਇਹ ਮਰਿਆਦਾ। ਕੱਪੜੇ ਬਦਲੋ, ਫਿਰ ਦੇਗ ਲੈ ਕੇ ਜਾਓ, ਉੱਥੇ ਰਾਤ ਰਵੋ, 2 ਰਾਤਾਂ ਰਵੋ, 4 ਰਵੋ। ਜਦੋਂ ਵਾਪਸ ਆਉਣਾ ਫਿਰ ਮੱਥਾ ਟੇਕ ਕੇ ਆਗਿਆ ਲਓ। ਆਪਾਂ ਕਿਸੇ ਦੇ ਘਰ ਜਾਂਦੇ ਹਾਂ, ਰਿਸ਼ਤੇਦਾਰ ਦੇ, ਜਾਂਦਿਆਂ ਅਗਲਾ ਜੀ ਆਇਆਂ ਨੂੰ ਕਹਿੰਦਾ, ਚਾਹ ਪਾਣੀ ਪਿਆਂਦਾ। ਜਦੋਂ ਵਾਪਸ ਤੁਰ ਲੱਗੇ ਪੁੱਛ ਕੇ ਤੁਰਦੇ ਕਿ ਨਾ, ਚੰਗਾ ਭਾਈ ਸਾਹਿਬ ਹੁਣ ਫਿਰ ਕਦੀ ਮਹਾਰਾਜ ਕਿਰਪਾ ਕਰੇਗਾ ਆਵਾਂਗੇ। ਇਹ ਤਾਂ ਨਹੀਂ ਵੀ ਸੁੱਤੇ ਪਿਆ ਨੂੰ ਛੱਡ ਕੇ ਆ ਜਾਈਦਾ। ਆਪਾਂ ਕਹਿ ਕੇ ਆਉਂਦੇ ਹਾਂ ਨਾ ਵੀ ਚੱਲੇ ਆ। ਗੁਰੂ ਘਰ ਵੀ ਜਾਣ ਦੀ ਮਰਜ਼ਾਦਾ ਤੇ ਆਉਣ ਦੀ ਵੀ ਮਰਜ਼ਾਦਾ। ਪਹਿਲਾਂ ਜਾਓ, ਮੱਥਾ ਟੇਕੋ, ਉੱਥੇ ਰਾਤ 2 ਰਾਤ ਜਿੰਨਾ ਚਿਰ ਰਹਿਣਾ ਰਹੋ। ਜਦੋਂ ਵਾਪਸ ਆਉਣਾ ਉੱਥੇ ਦਰਬਾਰ 'ਚ ਫਿਰ ਮੱਥਾ ਟੇਕੋ। ਸ੍ਰੀ ਅੰਮ੍ਰਿਤਸਰ ਜਾਣ ਦੀ ਮਰਜ਼ਾਦਾ ਹੈ। ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਾਜ਼ਰੀ ਹੁੰਦੀ ਸੀ, ਫਿਰ ਹਰਿਮੰਦਰ ਸਾਹਿਬ ਦੇ ਬਾਕੀ ਗੁਰਦੁਆਰਿਆਂ ਦੇ ਦਰਸ਼ਨ ਹੁੰਦੇ ਸੀ। ਵਾਪਸੀ 'ਤੇ ਫਿਰ ਵਿਦਾਇਗੀ ਦੀ ਅਰਦਾਸ ਹੁੰਦੀ ਸੀ। ਹੁਣ ਕਿਸੇ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ। ਕੋਈ ਵੀ ਸਿੰਘ ਜਾਂਦਾ ਸੀ, ਪਹਿਲਾਂ ਇਸ਼ਨਾਨ ਪਾਣੀ ਕਰਕੇ ਅਕਾਲ ਤਖਤ 'ਤੇ ਆਪਣੀ ਤਨਖਾਹ ਲਵਾਉਣੀ, ਕੋਈ ਭੁੱਲ ਚੁੱਕ ਗਲਤੀ ਫਲਤੀ ਮਹਾਰਾਜ ਬਖਸ਼ਣ। ਫਿਰ ਹਰਿਮੰਦਰ ਸਾਹਿਬ ਜਾਓ, ਮੱਥਾ ਟੇਕੋ, ਕੀਰਤਨ ਸੁਣੋ, ਗੁਰੂ ਰਾਮਦਾਸ ਦੇ ਦਰਬਾਰ ਦੇ ਦਰਸ਼ਨ ਕਰੋ। ਬਾਬਾ ਅਟਲ ਸਾਹਿਬ, ਰਾਮਸਰ, ਕੌਲਸਰ, ਵਿਵੇਕਸਰ, 5 ਸਰੋਵਰਾਂ ਦੇ ਦਰਸ਼ਨ ਇਸ਼ਨਾਨ ਕਰੋ। ਦਰਸ਼ਨ ਮੇਲੇ ਕਰਕੇ 2 ਦਿਨ 4 ਦਿਨ ਹਫ਼ਤਾ ਰਹਿ ਕੇ ਵਾਪਸ ਆਉਣ ਲੱਗਿਆ ਫਿਰ ਅਕਾਲ ਤਖਤ 'ਤੇ ਅਰਦਾਸਾ ਕਿ ਮਹਾਰਾਜ ਹੁਣ ਆਗਿਆ ਬਖਸ਼ੋ। ਇਹ ਮਰਿਆਦਾ। ਗੁਰਦੁਆਰਾ ਡੇਰਾ ਬਾਬਾ ਨਾਨਕ ਵਿਖੇ ਛੇਵੇਂ ਪਾਤਸ਼ਾਹ ਅਰਦਾਸ ਕਰਾਉਣ ਲਈ ਗਏ ਹਨ। ਫਿਰ ਵਿਦਾਇਗੀ ਦੀ ਚਤੁਰ ਪ੍ਰਕਰਮਾਂ ਦੇ ਗੁਰ ਥਾਏ। ਗੁਰੂ ਨਾਨਕ ਦੇਵ ਜੀ ਦੇ ਦਿਉਰੇ ਦੀਆਂ 4 ਪ੍ਰਕਰਮਾਂ ਕਰਕੇ ਧਰਮ ਚੰਦ ਸੋ ਮਿਲ ਕਰ ਚੜੇ। ਤੇ ਬਾਬਾ ਧਰਮ ਚੰਦ ਜੀ ਨੂੰ ਮਿਲਿਆ। ਮਹਾਂਪੁਰਸ਼ੋ ਬੜੀ ਕਿਰਪਾ ਹੋਈ ਗੁਰੂ ਨਾਨਕ ਸਾਹਿਬ ਦੀ। ਇੱਕ ਤਾਂ ਆਪ ਜੀ ਦੇ ਦਰਸ਼ਨ ਹੋਏ, ਸਾਰੇ ਬੇਦੀ ਸਾਹਿਬਜ਼ਾਦਿਆਂ ਦੇ ਦਰਸ਼ਨ ਹੋਏ, ਗੁਰੂ ਬਾਬਾ ਜੀ ਦੇ ਅਸਥਾਨ ਦੇ ਦਰਸ਼ਨ ਹੋਏ, ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਹੋਏ। ਹੁਣ ਸਾਨੂੰ ਆਗਿਆ ਦਿਓ, ਫਿਰ ਕਦੀ ਕਿਰਪਾ ਹੋਵੇਗੀ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਦਰਸ਼ਨ ਹੋਣਗੇ। ਇੱਦਾਂ ਬੜੇ ਪਿਆਰ ਨਾਲ ਮਿਲ ਕੇ ਮਹਾਰਾਜ ਜੀ ਘੋੜੇ 'ਤੇ ਸਵਾਰ ਹੋਏ। ਸੰਗ ਸੁਭਟ ਗਨ ਮਨ ਮੁਦ ਵੱਡੇ। ਆ ਸੂਰਬੀਰ ਯੋਧਿਆਂ ਦੀ ਫੌਜ ਨਾਲ ਲੈ ਕੇ ਪ੍ਰਸੰਨਤਾ ਦੇ ਨਾਲ ਤਤ ਛਿਨ ਆਏ ਬ੍ਰਿਧ ਕੇ ਗ੍ਰਾਮੋ। ਵਾਪਸ ਰਮਦਾਸ ਬਾਬਾ ਬੁੱਢਾ ਜੀ ਦੇ ਨਗਰ ਆ ਗਏ ਨੇ। ਡੇਰਾ ਕਰਤ ਭਏ ਸੁਖ ਤਾਮੂ। ਤੇ ਰਮਦਾਸ ਆ ਕੇ ਸਤਿਗੁਰਾਂ ਨੇ ਫਿਰ ਉੱਥੇ ਜਿੱਥੇ ਪਹਿਲਾਂ ਡੇਰਾ ਸੀ ਨਾ,
ਉੱਥੇ ਫਿਰ ਆਪਣੀ ਛਾਉਣੀ ਪਾ ਲਈ। ਦਿਨ ਪ੍ਰਤ ਕਰਤ ਬਿਲਾਸ ਨਵੀਨ। ਤੇ ਨਿਤ ਨਵੇਂ ਕੌਤਕ ਹੁੰਦੇ ਆ, ਰੋਜ਼ ਕਥਾ ਕੀਰਤਨ ਹੁੰਦਾ, ਮਹਾਰਾਜ ਦੀ ਬਾਣੀ ਦਾ ਪ੍ਰਵਾਹ ਚੱਲਦਾ, ਲੰਗਰ ਚੱਲਦੇ ਨੇ, ਰੋਜ਼ ਗੁਰੂ ਸਾਹਿਬ ਸ਼ਿਕਾਰ ਖੇਡਣ ਜਾਂਦੇ ਨੇ, ਤੇ ਇਲਾਕੇ ਵਿੱਚ ਸਤਿਗੁਰਾਂ ਦੀਆਂ ਸੰਗਤਾਂ ਬੜੀਆਂ ਆ ਕੇ ਸੇਵਾ ਕਰਦੀਆਂ। ਹਾਂਜੀ। ਸ਼੍ਰੀ ਹਰਗੋਬਿੰਦ ਬੀਰ ਪ੍ਰਬੀਨ। ਮਹਾਬਲੀ ਜੋਧੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਬ ਕਬ ਚੜ੍ਹੇ ਅਖੇਰ ਬਿਹਾਰੈ। ਕਦੀ ਕਦੀ ਸ਼ਿਕਾਰ ਨੂੰ ਚੜ੍ਹਦੇ ਨੇ ਤੇ ਸ਼ਿਕਾਰ ਖੇਡ ਕੇ ਆਉਂਦੇ ਨੇ। ਬਨ ਕੇ ਦੁਸ਼ਟ ਜੀਵ ਗਨ ਮਾਰੈ। ਜੰਗਲ ਦੇ ਵਿੱਚ ਕਈ ਦੁਸ਼ਟ ਜਾਨਵਰਾਂ ਦਾ ਸ਼ਿਕਾਰ ਖੇਡਦੇ ਨੇ। ਭਾਨਾ ਰਹਿ ਸੰਗ ਜਹ ਜਾਵੈ। ਔਰ ਸਾਧ ਸੰਗਤ ਜਿੱਥੇ ਵੀ ਜਾਂਦੇ ਭਾਈ ਭਾਨਾ ਜੀ ਨਾਲ ਜਾਂਦੇ। ਭਾਈ ਭਾਨਾ ਜੀ ਦੀ ਜ਼ਿੰਮੇਵਾਰੀ ਹੈ, ਕਿਉਂਕਿ ਉਹਨਾਂ ਦੇ ਘਰ ਆਏ ਨੇ ਗੁਰੂ ਸਾਹਿਬ, ਤੇ ਗੁਰੂ ਸਾਹਿਬ ਦਾ ਸਤਿਕਾਰ ਕਰਨ ਲਈ ਭਾਈ ਭਾਨਾ ਜੀ ਰਾਤ ਨੂੰ ਵੀ ਘੱਟ ਸੌਂਦੇ ਨੇ। ਮਹਾਰਾਜ ਜਦੋਂ ਆਰਾਮ ਸੁੱਖ ਲੈਂਦੇ ਨੇ ਉਦੋਂ ਭਾਈ ਸਾਹਿਬ ਆਰਾਮ ਕਰਦੇ। ਮਹਾਰਾਜ ਦੇ ਉੱਠਣ ਤੋਂ ਅੱਧਾ ਘੰਟਾ ਪਹਿਲਾਂ ਭਾਈ ਭਾਨਾ ਜੀ ਉੱਠ ਪੈਂਦੇ, ਫਿਰ ਸਾਰਾ ਦਿਨ ਨਾਲ ਰਹਿੰਦੇ ਵੀ ਗੁਰੂ ਸਾਹਿਬ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ, ਕੋਈ ਸੇਵਾ 'ਚ ਕਮੀ ਨਾ ਰਹਿ ਜੇ। ਹਰ ਚੀਜ਼ ਦਾ ਭਾਈ ਭਾਨਾ ਜੀ ਖਿਆਲ ਰੱਖਦੇ ਆ ਵੀ ਮਹਾਰਾਜ ਸਾਡੇ ਪਿੰਡ ਆਏ ਆ, ਸਾਡੇ ਘਰ ਆਏ ਆ, ਸਾਡੇ ਭਾਗ ਜਾਗੇ। ਹਾਂਜੀ। ਸਤਿਗੁਰ ਸੇਵ ਪਰਮ ਸੁਖ ਪਾਵੈ। ਸਤਿਗੁਰੂ 6ਵੇਂ ਪਾਤਸ਼ਾਹ ਦੀ ਸੇਵਾ ਕਰ ਕਰਕੇ ਭਾਈ ਭਾਨਾ ਜੀ, ਭਾਈ ਝੰਡਾ ਜੀ, ਭਾਈ ਜਲਾਲ ਜੀ, ਭਾਈ ਸਰਵਣ, ਜਿੰਨਾ ਵੀ ਉਹਨਾਂ ਦਾ ਪਰਿਵਾਰ ਹੈ, ਗਾਂ ਪੁੱਤਰ ਪੋਤੇ ਪੜੋਤੇ, ਬਾਬਾ ਬੁੱਢਾ ਜੀ ਦੇ ਪੋਤਿਆਂ ਦੇ ਵੀ ਪੋਤੇ ਹੋ ਗਏ ਸੀ ਜਦੋਂ ਬਾਬਾ ਜੀ ਗਏ ਦੁਨੀਆ ਤੋਂ। ਐਡਾ ਵੱਡਾ ਪਰਿਵਾਰ ਸੀਗਾ ਉਹ ਸਾਰੇ, ਪਰ ਵੱਡੇ ਸੀ ਭਾਈ ਭਾਨਾ ਜੀ, ਉਹ ਵੀ 100 ਸਾਲ ਦੇ ਨੇੜੇ ਹੋਏ ਪਏ ਸੀ, ਤੇ ਉਹਨਾਂ ਦੇ ਅੱਗੋਂ ਫਿਰ ਪਰਿਵਾਰ ਬੜਾ ਸੀ, ਉਹ ਸਾਰੇ ਸੇਵਾ ਕਰਦੇ ਨੇ। ਦੋਹਰਾ ਦੀਪਮਾਲ ਕੋ ਦਿਵਸ ਤਬ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਕਰਦੇ ਕਰਦੇ ਬਾਬਾ ਬੁੱਢਾ ਜੀ ਦੇ ਨਗਰ ਮਹਾਰਾਜ ਨੇ 2-4 ਮਹੀਨੇ ਉੱਥੇ ਗੁਜ਼ਾਰੇ। ਉਸ ਇਲਾਕੇ ਨੂੰ ਬੜਾ ਤਾਰਿਆ 6ਵੇਂ ਪਾਤਸ਼ਾਹ ਨੇ। ਅਜੇ ਵੀ ਕਈ ਪਿੰਡਾਂ 'ਚ ਨਿਸ਼ਾਨੀਆਂ ਨੇ, ਕਿਤੇ ਮਹਾਰਾਜ ਸ਼ਿਕਾਰ ਖੇਡਣ ਜਾਂਦੇ ਰੁਕੇ ਹੋਣ, ਕਿਤੇ ਜਲ ਛਕਿਆ, ਕਿਤੇ ਘੋੜੇ ਨੂੰ ਜਲ ਛਕਾਇਆ, ਕਿਤੇ ਸ਼ਿਕਾਰ ਖੇਡਿਆ। ਉਹ ਜਿੱਥੇ ਜਿੱਥੇ ਉਹ ਯਾਦਗਾਰਾਂ ਮਹਾਰਾਜ ਦੇ ਸਿੱਖ ਪ੍ਰਗਟ ਕਰਦੇ ਨੇ। ਗੁਰੂ ਘਰ ਬਣਦੇ ਜਾਂਦੇ ਨੇ, ਬਣ ਵੀ ਰਹੇ ਨੇ, ਪਹਿਲਾਂ ਵੀ ਬਣੇ ਹੋਏ ਨੇ। ਸੋ ਇਸ ਤਰ੍ਹਾਂ ਮਹਾਰਾਜ ਹੁਣ ਦੀਪਮਾਲਾ ਦਾ ਮੇਲਾ ਆ ਗਿਆ, ਦੀਵਾਲੀ ਦਾ। ਹਾਂਜੀ। ਆਏ ਸਮੀਪ ਪਛਾਨ। ਦੀਪਮਾਲਾ ਦਾ ਮੇਲਾ ਨੇੜੇ ਆਇਆ ਜਾਣ ਕੇ ਸ਼੍ਰੀ ਅੰਮ੍ਰਿਤਸਰ ਦਰਸ਼ਕੋ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਹੋਈ। ਸਾਰੀ ਸੰਗਤ, ਭਾਈ ਗੁਰਦਾਸ ਜੀ ਵੀ, ਭਾਈ ਬਿਧੀ ਚੰਦ ਵੀ ਕਹਿਣ ਲੱਗੇ ਮਹਾਰਾਜ ਦੀਵਾਲੀ ਅੰਮ੍ਰਿਤਸਰ ਦੀ ਮਨਾਈ ਦੀ ਹੈ, ਚਲੀਏ ਅੰਮ੍ਰਿਤਸਰ ਨੂੰ। ਤੇ ਭਾਈ ਭਾਨਾ ਜੀ ਵਰਗਿਆਂ ਨਾਲ ਵਿਚਾਰ ਕਰਕੇ 6ਵੇਂ ਪਾਤਸ਼ਾਹ ਹੁਣ ਚੱਲਣਗੇ, ਸ੍ਰੀ ਅੰਮ੍ਰਿਤਸਰ ਆ ਕੇ ਦੀਪਮਾਲਾ ਕਰਨਗੇ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।